ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਦੀ ਕਥਾ ਚੱਲ ਰਹੀ ਹੈ। ਇਹ ਬਾਣੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਿਖੀ ਹੋਈ ਹੈ। ਜਿਵੇਂ ਜਪਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਹੈ, ਇਸੇ ਤਰ੍ਹਾਂ 10ਵੇਂ ਗ੍ਰੰਥ ਦੇ ਆਰੰਭ ਵਿੱਚ ਜਾਪ ਸਾਹਿਬ ਹੈ। ਸੋ 151 ਛੰਦ ਹੋ ਚੁੱਕੇ ਨੇ। 152ਵੇਂ ਛੰਦ ਦੀ ਕਥਾ ਸ਼ੁਰੂ ਹੋ ਰਹੀ ਹੈ। ਕਿ ਰੋਜ਼ੀ ਦੇਹੰਦ ਹੈ, ਕਿ ਰਾਜ਼ਕ ਰਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਹੁਸਨੁਲ ਜਮਾਲ ਹੈ। ਰੋਜ਼ੀ ਦੇਹੰਦ ਹੈ, ਦੇਹੰਦ ਹੁੰਦਾ ਦੇਣ ਵਾਲਾ। ਤੂੰ ਰਿਜ਼ਕ ਦੇਣ ਵਾਲਾ ਹੈ, ਰੋਜ਼ੀ ਦੇਣ ਵਾਲਾ ਹੈ। ਰਾਜ਼ਕ ਰਹਿੰਦ ਹੈ, ਰਾਜ਼ਕ ਰਿਜ਼ਕ ਨੂੰ ਕਹਿੰਦੇ ਨੇ। ਤੂੰ ਰਿਜ਼ਕ ਦੇਣ ਵਾਲਾ ਹੈ। ਰਹਿੰਦ, ਤੂੰ ਮੁਕਤੀ ਦਾਤਾ ਹੈ, ਤੂੰ ਜੀਵਾਂ ਨੂੰ ਮੁਕਤੀ ਦੇਣ ਵਾਲਾ ਹੈ। ਕਿ ਰੋਜ਼ੀ ਦੇਹੰਦ ਹੈ, ਤੂੰ ਰੋਜ਼ੀ ਦੇਣ ਵਾਲਾ ਹੈ। ਹਾਲਾਂਕਿ ਫਲਾਣੇ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਹੋ ਗਿਆ ਜੀ। ਕਿ ਰੋਜ਼ੀ ਦੇਹੰਦ ਹੈ, ਤੂੰ ਰੋਜ਼ੀ ਦੇਣ ਵਾਲਾ ਹੈ। ਕਿ ਰਾਜ਼ਕ ਰਹਿੰਦ ਹੈ, ਤੂੰ ਰਿਜ਼ਕ ਦੇਣ ਵਾਲਾ ਹੈ। ਰਹਿੰਦ, ਤੂੰ ਮੁਕਤੀ ਦੇਣ ਵਾਲਾ ਹੈ। ਕਰੀਮੁਲ ਕਮਾਲ ਹੈ, ਕਰੀਮੁਲ ਬਖਸ਼ਿਸ਼ ਨੂੰ ਕਹਿੰਦੇ। ਤੇਰੀ ਬਖਸ਼ਿਸ਼ ਕਮਾਲ ਦੀ ਹੈ। ਅਗਲਾ ਕਹਿੰਦਾ ਫਲਾਣਾ ਬੰਦਾ ਬੜਾ ਕਮਾਲ ਦਾ ਜੀ, ਉਹਨੇ ਕਮਾਲ ਕਰਤੀ ਹੈ। ਕਰੀਮੁਲ ਕਮਾਲ ਹੈ, ਤੇਰੀ ਬਖਸ਼ਿਸ਼, ਕਰੀਮ ਬਖਸ਼ਿਸ਼ ਨੂੰ ਕਹਿੰਦੇ। ਕਰੀਮੁਲ ਕਮਾਲ ਹੈ, ਤੂੰ ਤੇਰੀ ਬਖਸ਼ਿਸ਼ ਬਹੁਤ ਕਮਾਲ ਦੀ ਹੈ। ਭਾਵ ਤੂੰ ਬਹੁਤ ਬਖਸ਼ਿਸ਼ ਕਰਨ ਵਾਲਾ ਹੈ। ਕਿ ਹੁਸਨੁਲ ਜਮਾਲ ਹੈ, ਹੁਸਨ ਕੱਲ ਵੀ ਆਇਆ ਸੀ ਸੁੰਦਰਤਾ, ਜਮਾਲ ਵੀ ਸੁੰਦਰਤਾ ਹੁੰਦਾ। ਹੁਸਨਲ ਮੈਨੇ ਸੁੰਦਰਤਾ, ਜਮਾਲ ਮੈਨੇ ਵੀ ਸੁੰਦਰ। ਭਾਵ ਤੂੰ ਬਹੁਤ ਸੁੰਦਰ ਹੈ। ਜਦੋਂ ਦੋ ਸ਼ਬਦ ਇਕੱਠੇ ਆ ਜਾਣ, ਜਿਵੇਂ ਪਵਿੱਤਰ ਪਵਿੱਤਰ, ਇਸ ਵਿੱਚ ਬਹੁਤ ਪਵਿੱਤਰ ਹੁੰਦਾ, ਵੀ ਬਹੁਤ ਪਵਿੱਤਰ। ਹੁਸਨਲ ਜਮਾਲ ਹੈ, ਤੂੰ ਬਹੁਤ ਸੁੰਦਰ ਹੈ। ਫਿਰ ਦੇਖੋ ਕਿ ਰੋਜ਼ੀ ਦੇਹੰਦ ਹੈ, ਤੂੰ ਰੋਜ਼ੀ ਰੋਟੀ ਦੇਣ ਵਾਲਾ ਹੈ। ਰਾਜ਼ਕ, ਤੂੰ ਰਿਜ਼ਕ ਦੇਣ ਵਾਲਾ ਹੈ। ਰਹਿੰਦ, ਤੂੰ ਮੁਕਤੀ ਦੇਣ ਵਾਲਾ ਹੈ। ਕਰੀਮੁਲ, ਬਖਸ਼ਿਸ਼ ਕਰਨ ਵਾਲਾ ਹੈ। ਤੂੰ ਕਮਾਲ ਦੀ ਬਖਸ਼ਿਸ਼ ਕਰਨ ਵਾਲਾ ਹੈ। ਹੁਸਨੁਲ ਜਮਾਲ, ਤੂੰ ਸੁੰਦਰਤਾ ਦਾ ਮੁਜੱਸਮਾ ਹੈ। ਭਾਵ ਤੂੰ ਬਹੁਤ ਸੁੰਦਰ ਹੈ। ਸੋ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪੀ ਜਾਂਦਾ ਜਪੀ ਜਾਂਦਾ ਜਪੀ ਜਾਂਦਾ, ਪਰਮਾਤਮਾ ਵਾਲੇ ਗੁਣ ਉਹਦੇ ਵਿੱਚ ਹੌਲੀ ਹੌਲੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਸਿਆਣੇ ਕਿ ਜਿਹਨੂੰ ਯਾਦ ਕਰਦੇ ਰਹੀਏ ਕਰਦੇ ਰਹੀਏ ਕਰਦੇ ਰਹੀਏ, ਅਸੀਂ ਉਹਦੇ ਵਰਗੇ ਹੋ ਜਾਂਦੇ। ਇਹ ਬਹੁਤ ਜ਼ਬਰਦਸਤ ਕਾਰਡ ਹੈ। ਤੁਸੀਂ ਕਿਹਦੇ ਵਰਗਾ ਹੋਣਾ? ਤੁਸੀਂ ਜਿਸ ਵਰਗਾ ਹੋਣਾ ਉਹਨੂੰ ਯਾਦ ਕਰਦੇ ਰਹੋ, ਤੁਸੀਂ ਸਮਾਂ ਪਾ ਕੇ ਉਹਦੇ ਵਰਗੇ ਹੋ ਜਾਓਗੇ, ਉਹਦੇ ਵਰਗੇ ਹੋ ਜਾਓਗੇ। ਅਤੇ ਮਨੁੱਖ ਨੇ ਕਿਹਦੇ ਵਰਗਾ ਹੋਣਾ? ਇਹਨੇ ਪਰਮਾਤਮਾ ਵਰਗਾ ਹੋਣਾ ਹੈ। ਇਹ ਹੈ ਤੇ ਪਰਮਾਤਮਾ ਵਰਗਾ ਹੀ, ਪਰ ਇਹਨੇ ਪਰਮਾਤਮਾ ਦਾ ਹੁਕਮ ਨਹੀਂ ਮੰਨਿਆ, ਇਸ ਲਈ ਪਰਮਾਤਮਾ ਤੋਂ ਦੂਰ ਚਲਿਆ ਗਿਆ। ਪਰਮਾਤਮਾ ਤੋਂ ਦੂਰ ਚਲਿਆ ਗਿਆ, ਇਸ ਲਈ ਇਹਨੇ ਮਨ ਮਰਜ਼ੀ ਕਰਨੀ ਸ਼ੁਰੂ ਕਰਤੀ। ਜਦੋਂ ਮਨ ਮਰਜ਼ੀ ਕਰਨੀ ਸ਼ੁਰੂ ਕਰਤੀ, ਇਸ ਬੁਰਾਈਆਂ ਪੈਦਾ ਹੋ ਗਈਆਂ। ਹੁਣ ਇਹਨੇ ਮੁੜ ਕੇ ਰੱਬ ਨੂੰ ਮਿਲਣਾ, ਤਾਂ ਇਹਨੂੰ ਫਿਰ ਨਾਮ ਜਪਣਾ ਪਏਗਾ। ਨਾਮ ਜਪਦਿਆਂ ਜਪਦੇ ਅੰਦਰ ਬੁਰਾਈਆਂ ਖਤਮ ਹੋ ਜਾਣਗੀਆਂ, ਗੁਣ ਪੈਦਾ ਹੋਣੇ ਸ਼ੁਰੂ ਹੋ ਜਾਣਗੇ, ਅਤੇ ਹੌਲੀ ਹੌਲੀ ਫਿਰ ਪਰਮਾਤਮਾ ਨਾਲ ਦਾ ਮੇਲ ਹੋ ਜਾਏਗਾ। ਪਰਮਾਤਮਾ ਦਾ ਨਾਮ ਜਪਣ ਨਾਲ ਪਰਮਾਤਮਾ ਨਾਲ ਮੇਲ ਹੁੰਦਾ, ਪਰ ਨਾਲ ਇੱਕ ਸ਼ਰਤ ਹੈ।
ਡਾਕਟਰ ਸਾਹਿਬ ਜਦੋਂ ਵੀ ਕਿਸੇ ਨੂੰ ਕੋਈ ਦਵਾਈ ਦਿੰਦੇ ਨੇ ਪਰਹੇਜ਼ ਜ਼ਰੂਰ ਦੱਸਦੇ ਨੇ, ਪਰਹੇਜ਼ ਦੱਸਦੇ ਨੇ। ਜਿਵੇਂ ਹੁਣ ਕਰੋਨਾ ਫੈਲੀ ਹੋਈ ਹੈ, ਅਜੇ ਦਵਾਈ ਨਹੀਂ ਨਿਕਲੀ, ਪਰ ਡਾਕਟਰ ਪਰਹੇਜ਼ ਦੱਸਦੇ ਨੇ ਕਿ ਭਾਈ ਜਦੋਂ ਵੀ ਘਰੋਂ ਬਾਹਰ ਨਿਕਲੋ ਮੂੰਹ ਢੱਕ ਕੇ ਨਿਕਲੋ, ਲੋਕਾਂ ਨਾਲ ਹੱਥ ਨਾ ਮਿਲਾਓ, ਬਹੁਤਾ ਨੇੜੇ ਹੋ ਕੇ ਗੱਲਬਾਤ ਨਾ ਕਰੋ, ਦੂਰੀ ਰੱਖੋ, ਮੂੰਹ ਢੱਕ। ਇਹ ਪਰਹੇਜ਼ ਹੈ। ਭਾਵੇਂ ਦਵਾਈ ਨਿਕਲ ਵੀ ਆਵੇ ਫਿਰ ਵੀ ਪਰਹੇਜ਼ ਰੱਖਣਾ ਪੈਣਾ। ਪਰਹੇਜ਼ ਕੋਈ ਵੀ ਦਵਾਈ ਲਓ, ਮੰਨ ਲਓ ਮੇਰਾ ਗਲਾ ਖਰਾਬ ਹੈ, ਮੈਂ ਡਾਕਟਰ ਸਾਹਿਬ ਕੋਲ ਜਾਣਾ, ਉਹ ਮੈਨੂੰ ਕਹਿਣਗੇ ਠੰਡੀ ਚੀਜ਼ ਨਹੀਂ ਪੀਣੀ ਜੀ, ਖਾਣੀ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ, ਖੱਟੀਆਂ ਚੀਜ਼ਾਂ ਨਹੀਂ ਖਾਣੀਆਂ, ਇਹ ਜ਼ਰੂਰ ਕਹਿਣਗੇ। ਠੰਡੀ ਚੀਜ਼ ਨਹੀਂ ਖਾਣੀ, ਤਲੀ ਹੋਈ ਚੀਜ਼ ਨਹੀਂ ਖਾਣੀ, ਅਤੇ ਇਸ ਪ੍ਰਕਾਰ ਖੱਟੀ ਚੀਜ਼ ਨਹੀਂ ਖਾਣੀ, ਇਹ ਪਰਹੇਜ਼ ਹੈ। ਜੇ ਮੈਂ ਪਰਹੇਜ਼ ਨਹੀਂ ਰੱਖਦਾ ਅਤੇ ਦਵਾਈ ਲਈ ਜਾਂਦਾ ਅਤੇ ਡਾਕਟਰ ਕੋਲ ਜਾਂਦਾ, ਜੀ ਮੈਨੂੰ ਤਾਂ ਫਰਕ ਨਹੀਂ ਪਿਆ, ਉੱਥੇ ਨਾ ਦਵਾਈ ਦਾ ਕਸੂਰ ਹੈ, ਨਾ ਡਾਕਟਰ ਦਾ ਕਸੂਰ ਹੈ, ਸਾਡਾ ਆਪਣਾ ਕਸੂਰ ਹੈ। ਇਸ ਲਈ ਪਰਹੇਜ਼ ਰੱਖਣੇ ਬੰਦੇ ਨੇ, ਭਾਵ ਬੁਰੇ ਕੰਮ ਨਹੀਂ ਕਰਨੇ। ਜਿੰਨੇ ਵੀ ਰੱਬ ਨੂੰ ਮਿਲਣ ਦੀ ਇੱਛਾ ਹੈ, ਪਹਿਲਾਂ ਉਹਨੂੰ ਬੁਰਾਈਆਂ ਛੱਡਣੀਆਂ ਪੈਣਗੀਆਂ। ਅਗਰ ਅੰਦਰ ਬੁਰਾਈ ਹੈ ਤਾਂ ਤੁਸੀਂ 10 ਜਨਮ ਚਾਹੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਤੁਸੀਂ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਸਕਦੇ। ਬੁਰਾਈ ਛੱਡਣੀ ਪੈਣੀ, ਬੁਰਾਈ ਛੱਡ ਕੇ ਫਿਰ ਵਾਹਿਗੁਰੂ ਵਾਹਿਗੁਰੂ ਕਰੋ, ਫਿਰ ਕਿਸੇ ਦਿਨ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਇਸੇ ਤਰ੍ਹਾਂ ਫਿਰ ਵਾਹਿਗੁਰੂ ਵਾਲੇ ਸਾਡੇ 'ਚ ਗੁਣ ਪੈਦਾ ਹੋ ਜਾਣਗੇ। ਉਹ ਰੋਜ਼ੀ ਦਿੰਦਾ ਹੈ, ਅਸੀਂ ਵੀ ਰੋਜ਼ੀ ਦੇਣ ਦੇ ਸਮਰੱਥ ਹੋ ਜਾਵਾਂਗੇ। ਮੰਨ ਲਓ ਮੈਂ ਬਹੁਤ ਕਾਰਖਾਨਾ ਲਾ ਲੈਣਾ, ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇ ਦੇਣਾ, ਮੈਂ ਕਿੰਨੇ ਲੋਕਾਂ ਰੁਜ਼ਗਾਰ ਦੇਣਾ, ਆਪੇ ਰੋਜ਼ੀ ਰੋਟੀ ਦਾ ਹਜ਼ਾਰਾਂ ਲੋਕਾਂ ਦਾ ਪ੍ਰਬੰਧ ਹੋ ਗਿਆ। ਬੜੇ ਵੱਡੇ ਕਾਰਖਾਨੇ ਨੇ ਜਿੱਥੇ ਹਜ਼ਾਰਾਂ ਦੀ ਤਾਦਾਦ ਕਰਮਚਾਰੀ ਕੰਮ ਕਰਦੇ ਨੇ। ਭਾਵੇਂ ਰੋਟੀ ਰਿਜ਼ਕ ਪਰਮਾਤਮਾ ਦੇਣ ਵਾਲਾ ਹੈ, ਪਰ ਉਹ ਕਿਸੇ ਦੇ ਰਾਹੀਂ ਦਿੰਦਾ ਹੈ। ਪਰਮਾਤਮਾ ਉੱਤੋਂ ਰੋਟੀ ਕੋਈ ਨਹੀਂ ਸੁੱਟੇਗਾ, ਨਾ ਉੱਤੋਂ ਮਾਇਆ ਸੁੱਟੇਗਾ, ਇਹ ਤਾਂ ਆਪ ਜੀ ਨੂੰ ਗਿਆਨ ਹੈ। ਉਹ ਸਬੱਬ ਬਣਾਏਗਾ, ਉਹ ਸਾਧਨ ਬਣਾਏਗਾ ਤੁਹਾਡੀ ਰੋਜ਼ੀ ਰੋਟੀ ਦਾ। ਤਾਂ ਫਿਰ ਆਹੀ ਹੈ, ਜਾਂ ਸਰਕਾਰ ਪ੍ਰਬੰਧ ਕਰੇ ਜਾਂ ਫਿਰ ਪ੍ਰਾਈਵੇਟ ਲੋਕ ਨੇ ਉਹ ਪ੍ਰਬੰਧ ਕਰਨ। ਸੋ ਇਸ ਲਈ ਫਿਰ ਬੰਦੇ ਦੇ ਵਿੱਚ ਨਾ ਉਹ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ, ਜਿਹੜੇ ਪਰਮਾਤਮਾ ਦੇ ਵਿੱਚ ਗੁਣ ਨੇ। ਸੋ ਇਹਦੇ 'ਚ ਆਇਆ ਸੀ ਦੇਹੰਦ। ਰੋਜ਼ੀ ਦਾ ਤਾਂ ਸਾਰਿਆਂ ਨੂੰ ਗਿਆਨ ਨਹੀਂ। ਦੇਹੰਦ ਹੁੰਦਾ ਦੇਣ ਵਾਲਾ, ਰਾਜ਼ਕ ਰਿਜ਼ਕ ਦੇਣ ਵਾਲਾ, ਰਹਿੰਦ ਮੁਕਤੀ ਦੇਣ ਵਾਲਾ, ਕਰੀਮੁਲ ਬਖਸ਼ਿਸ਼ ਕਰਨ ਵਾਲਾ, ਹੁਸਨਲ ਸੁੰਦਰਤਾ, ਜਮਾਲ ਇਹਦਾ ਮਤਲਬ ਸੁੰਦਰਤਾ ਹੈ ਵੀ ਪਰਮਾਤਮਾ ਬਹੁਤ ਸੁੰਦਰ ਹੈ। ਕਰੀਮੁਲ ਕਮਾਲ ਉਹਦੀ ਬਖਸ਼ਿਸ਼ ਕਮਾਲ ਦੀ ਹੈ। ਰਾਜ਼ਕ ਰਹਿੰਦ ਉਹ ਰਿਜ਼ਕ ਦੇਣ ਵਾਲਾ ਹੈ, ਉਹ ਮੁਕਤੀ ਦਾਤਾ ਹੈ। ਰੋਜ਼ੀ ਦੇਹੰਦ ਉਹ ਰੋਜ਼ੀ ਦੇਣ ਵਾਲਾ ਹੈ। ਦੇਹੰਦ ਦੇਣ ਵਾਲਾ, ਰਾਜ਼ਕ ਰਿਜ਼ਕ ਦੇਣ ਵਾਲਾ, ਰਹਿੰਦ ਮੁਕਤੀ ਦੇਣ ਵਾਲਾ, ਕਰੀਮੁਲ ਬਖਸ਼ਿਸ਼ ਕਰਨ ਵਾਲਾ, ਹੁਸਨਲ ਸੁੰਦਰਤਾ ਵਾਲਾ, ਜਮਾਲ ਸੁੰਦਰਤਾ। ਅੱਗੇ ਕਹਿੰਦੇ ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ਼ ਹੈ, ਹਰੀਫੁਲ ਸ਼ਿਕਨ ਹੈ, ਹਿਰਾਸੁਲ ਫਿਕਨ ਹੈ। ਗਨੀਮੁਲ ਜਿਹੜੇ ਧਰਮ ਦੇ ਵੈਰੀ ਨੇ ਉਹਨਾਂ ਨੂੰ ਕਹਿੰਦੇ ਗਨੀਮੁਲ। ਖਿਰਾਜ ਹੁੰਦਾ ਟੈਕਸ, ਜਿਹੜਾ ਹੈ ਜਿਵੇਂ ਪਹਿਲਾਂ ਚੁੰਗੀਆਂ ਹੁੰਦੀਆਂ ਸਨ ਸ਼ਹਿਰਾਂ ਦੇ ਆਲੇ ਦੁਆਲੇ, ਉਹ ਚੁੰਗੀ ਲੈਂਦੇ ਸਨ, ਟੈਕਸ ਲੈਂਦੇ। ਤੁਸੀਂ ਸਾਡੇ ਸ਼ਹਿਰ 'ਚ ਵੜਨ ਲੱਗੇ ਹੋ, ਸਮਾਨ ਲੈ ਕੇ ਵੜਨ ਲੱਗੇ, ਇਹਨਾਂ ਟੈਕਸ ਦਿਓ। ਡਨ ਵੀ ਉਹਨੂੰ ਕਹਿੰਦੇ ਨੇ। ਗਨੀਮੁਲ ਖਿਰਾਜ ਹੈ ਜਿਹੜੇ ਧਰਮ ਦੇ ਵੈਰੀ ਨੇ। ਗਨੀਮੁਲ ਧਰਮ ਦੇ ਵੈਰੀ, ਧਰਮ ਦੇ ਵੈਰੀਆਂ ਤੋਂ ਤੂੰ ਟੈਕਸ ਲੈਣ ਵਾਲਾ ਹੈ। ਖਿਰਾਜ ਟੈਕਸ ਲੈਣ ਵਾਲਾ, ਭਾਵ ਉਹਨਾਂ ਨੂੰ ਡੰਨ ਲਾਉਣਾ, ਉਹਨਾਂ ਨੂੰ ਸਜ਼ਾ ਦੇਣਾ।
ਗਰੀਬੁਲ ਨਿਵਾਜ਼ ਹੈ। ਗਰੀਬੁਲ ਹੁੰਦਾ ਗਰੀਬਾਂ ਨੂੰ, ਨਿਵਾਜ਼ ਹੁੰਦਾ ਨਿਵਾਜਣਾ, ਆਦਰ ਮਾਣ ਸਤਿਕਾਰ ਦੇਣਾ। ਤੂੰ ਗਰੀਬਾਂ ਨੂੰ ਆਦਰ ਮਾਣ ਸਤਿਕਾਰ ਦੇਣ ਵਾਲਾ ਹੈ, ਤੂੰ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਤੂੰ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਦੰਡ ਦੇਣ ਵਾਲਾ ਹੈ। ਹਰੀਫੁਲ ਸ਼ਿਕਨ ਹੈ। ਹਰੀਫੁਲ ਵੈਰੀ ਨੂੰ ਕਹਿੰਦੇ ਨੇ। ਸ਼ਿਕਨ ਹੁੰਦਾ ਤੋੜਨ ਵਾਲਾ, ਸ਼ਿਕਨ ਤੋਂ ਬਣੇ, ਸ਼ਿਕਨ ਹੁੰਦਾ ਤੋੜਨ ਵਾਲਾ, ਸ਼ਿਕਨ। ਤੂੰ ਵੈਰੀਆਂ ਨੂੰ ਤੋੜਨ ਵਾਲਾ ਹੈ, ਭਾਵ ਤੂੰ ਵੈਰੀਆਂ ਨੂੰ ਮਾਰਨ ਵਾਲਾ ਹੈ। ਕਈ ਲੋਕ ਜਿਹੇ ਨਫ਼ਰਤ ਵਾਲੇ ਹੁੰਦੇ ਨੇ, ਜੇ ਬੁੱਤ ਹੈ ਕੋਈ ਬਣਿਆ ਹੋਇਆ ਉਹਨੂੰ ਤੋੜ ਦਿੰਦੇ ਨੇ। ਚਲੋ ਤੁਸੀਂ ਬੁੱਤਾਂ ਨੂੰ ਨਾ ਮੰਨੋ, ਬੁੱਤਾਂ ਨੂੰ ਨਾ ਪੂਜੋ, ਤੁਹਾਡੀ ਮਰਜ਼ੀ ਹੈ, ਪਰ ਤੋੜਨ ਨਾਲ ਤਾਂ ਕੋਈ ਮਤਲਬ ਨਹੀਂ ਹੈਗਾ। ਇਹ ਮੂਰਖਤਾ ਹੁੰਦੀ ਹੈ। ਤੋੜਨਾ, ਕਿਸੇ ਚੀਜ਼ ਨੂੰ ਤੋੜਨਾ ਮੂਰਖਤਾ ਹੁੰਦੀ ਹੈ। ਬਣਾਉਣਾ ਤਾਂ ਬਹੁਤ ਔਖਾ, ਤੋੜਨਾ ਔਖਾ ਨਹੀਂ ਹੁੰਦਾ। ਚਾਈਨਾ 'ਚ ਮਾਤਾ ਬੁੱਧ ਦੀ ਬੜੀ ਵੱਡੀ ਮੂਰਤੀ ਲੱਗੀ ਹੋਈ ਸੀ, ਬਹੁਤ ਕੋਈ 1000 ਸਾਲ ਪਹਿਲਾਂ, ਮਾਤਾ ਬੁੱਧ 2600 ਸਾਲ ਪਹਿਲਾਂ ਹੋਇਆ। ਮਹਾਰਾਜਾ ਅਸ਼ੋਕ ਹੋਇਆ, ਬੜਾ ਵੱਡਾ ਰਾਜਾ ਹੋਇਆ, ਬੋਧੀ ਸੀ ਉਹ। ਚਲੋ ਜਿਵੇਂ ਆਪਾਂ ਆਪਣੇ ਆਪਣੇ ਗੁਰੂ ਦੀਆਂ ਯਾਦਗਾਰਾਂ ਕਾਇਮ ਕਰਦੇ ਹਾਂ, ਗੁਰਦੁਆਰੇ ਬਣਾਉਣੇ ਹਾਂ, ਗੁਰੂਆਂ ਦੇ ਨਾਮ 'ਤੇ ਬਣਾਉਣੇ ਕਿ ਨਾ। ਕਿਸੇ ਸਮੇਂ ਚੀਨ ਦੇ ਵਿੱਚ ਬੋਧੀਆਂ ਦਾ ਰਾਜ ਸੀ, ਉਹਨਾਂ ਬਹੁਤ ਵੱਡੀ ਬੁੱਧ ਮਾਤਾ ਬੁੱਧ ਦੀ ਮੂਰਤੀ ਲਾਤੀ। ਸਮਾਂ ਪਾ ਕੇ ਚੀਨ ਦੇ ਲੋਕ ਨਾਸਤਕ ਹੋ ਗਏ, ਇਹਨਾਂ ਨੂੰ ਬੁੱਤ ਤੋੜਦੇ ਸ਼ੁਰੂ ਕਰਦੇ। ਵੀ ਭਲਿਓ ਮਾਨਸੋ, ਤੁਸੀਂ ਨਾ ਮੰਨੋ। ਹਿੰਦੂ ਵੀਰ ਨੇ ਮੂਰਤੀਆਂ ਦੀ ਪੂਜਾ ਕਰਦੇ, ਠੀਕ ਕਰੀ ਜਾਓ ਬਈ। ਮੈਂ ਮੰਨ ਲਓ ਮੂਰਤੀ ਪੂਜਾ ਦੇ ਹੱਕ 'ਚ ਨਹੀਂ, ਮੈਂ ਨਾ ਕਰਾਂ, ਪਰ ਮੈਨੂੰ ਇਹ ਤਾਂ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਨੁਕਤਾਚੀਨੀ ਕਰਦਾ ਰਹਾਂ। ਤੁਸੀਂ ਪੱਥਰਾਂ ਨੂੰ ਪੂਜਦੇ ਹੋ ਜੀ, ਤੁਸੀਂ ਬੁੱਤਾਂ ਨੂੰ ਪੂਜਦੇ ਹੋ, ਤੁਸੀਂ ਨਲਾਇਕ ਹੋ ਜੀ, ਤੁਸੀਂ ਇਹ ਹੋ ਜੀ, ਉਹ ਹੈ, ਫਿਰ ਝਗੜੇ ਹੀ ਹੋਣੇ ਨੇ। ਉਹ ਕੋਈ ਕਿਸੇ ਨੂੰ ਮੰਨ ਰਿਹਾ ਹੈ, ਤੁਸੀਂ ਉਸ ਨੂੰ ਨਾ ਮੰਨੋ, ਗੱਲ ਖਤਮ। ਸ਼ਿਕਨ ਉਹਦਾ ਤੋੜਨ ਵਾਲਾ ਵੀ ਹਾਂ ਅਸੀਂ ਬੁੱਤਾਂ ਨੂੰ ਨਹੀਂ ਮੰਨਦੇ, ਤੋੜੋ ਇਹਨਾਂ ਨੂੰ। ਅਤੇ ਫਿਰ ਜਿਨ੍ਹਾਂ ਨੇ ਬੁੱਤ ਬਣਾਏ ਹੁੰਦੇ ਉਹਨਾਂ ਦੇ ਮਨ ਨੂੰ ਦੁੱਖ ਹੁੰਦਾ। ਉਹ ਵਿਚਾਰੇ ਕਈ ਵਾਰੀ ਹੁੰਦਾ ਮਨੁੱਖ ਮਜਬੂਰ ਹੁੰਦਾ, ਤੋੜਨ ਵਾਲੇ ਦਾ ਮੁਕਾਬਲਾ ਕਰਨ ਦਾ ਸਮਰੱਥ ਨਹੀਂ ਹੁੰਦਾ ਹੈ, ਪਰ ਉਹਦੇ ਮਨ ਨੂੰ ਦੁੱਖ ਤਾਂ ਹੁੰਦਾ ਨਾ ਵੀ ਜਿਹਨੂੰ ਅਸੀਂ ਪੂਜਦੇ ਹਾਂ ਇਹ ਉਹਨੂੰ ਤੋੜ ਰਹੇ ਹਨ। ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਨਹੀਂ ਪੂਜਦਾ, ਨਾ ਪੂਜੋ। ਅਸੀਂ ਤਾਂ ਕਿਸੇ ਨੂੰ ਕੰਪੈਲ ਨਹੀਂ ਕਰਦੇ ਜ਼ਰੂਰ ਗੁਰੂ, ਅਤੇ ਕੋਈ ਗੁਰੂ ਗ੍ਰੰਥ ਸਾਹਿਬ ਪਾੜ ਦਿੰਦਾ ਹੈ, ਚੁੱਕ ਕੇ ਇਹਨੂੰ ਗਲੀ ਸੁੱਟ ਦਿੰਦਾ ਹੈ, ਤਾਂ ਫਿਰ ਸਾਨੂੰ ਦੁੱਖ ਹੋਏਗਾ ਕਿ ਨਹੀਂ ਹੋਏਗਾ? ਆਪ ਹੀ ਅੰਦਾਜ਼ਾ ਲਾ ਲਓ। ਸੋ ਇਸ ਲਈ ਪਰਮਾਤਮਾ ਬੁੱਤ ਤੋੜਨ ਵਾਲਾ ਨਹੀਂ ਹੈ, ਉਹ ਤਾਂ ਦੁਸ਼ਮਣਾਂ ਨੂੰ ਤੋੜਨ ਵਾਲਾ ਹੈ। ਉਹ ਦੁਸ਼ਮਣਾਂ ਨੂੰ ਤੋੜਨ ਵਾਲਾ ਹੈ। ਹਰੀਫੁਲ ਸ਼ਿਕਨ ਹੈ, ਤੂੰ ਦੁਸ਼ਮਣਾਂ ਨੂੰ ਤੋੜਨ ਵਾਲਾ ਹੈ, ਮਾਰਨ ਵਾਲਾ ਹੈ। ਹਿਰਾਸੁਲ ਫਿਕਨ ਹੈ। ਹਿਰਾਸੁਲ ਹੁੰਦਾ ਡਰ, ਫਿਕਨ ਹੁੰਦਾ ਦੂਰ ਕਰਨ ਵਾਲਾ। ਤੂੰ ਡਰ ਨੂੰ ਦੂਰ ਕਰਨ ਵਾਲਾ ਹੈ, ਕਿਉਂਕਿ ਜਦੋਂ ਬੰਦਾ ਪਰਮਾਤਮਾ ਦਾ ਨਾਮ ਜਪੀ ਜਾਂਦਾ ਹੈ ਉਹ ਵੀ ਨਿਰਭਉ ਹੋ ਜਾਂਦਾ। ਗੁਰਬਾਣੀ ਕੇ ਨਿਰਭਉ ਜਪੈ ਸਗਲ ਭਉ ਮਿਟੈ। ਪਰਮਾਤਮਾ ਨਿਰਭਉ ਹੈ, ਜਿਹੜਾ ਉਹਦਾ ਨਾਮ ਜਪਦਾ ਜਾਂਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ, ਇੱਕ ਦਿਨ ਆਪ ਵੀ ਉਹਦਾ ਸਾਰਾ ਭਉ ਡਰ ਖਤਮ ਹੋ ਜਾਂਦਾ। ਪਰਮਾਤਮਾ ਨਿਰਵੈਰ ਹੈ। ਹੁਣ ਸਾਡਾ ਕਿੰਨਿਆਂ ਨਾਲ ਵੈਰ ਹੈ, ਜਦੋਂ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ, ਸਾਡੇ ਅੰਦਰ ਜਿਹੜਾ ਹੈ ਉਹ ਵੈਰ ਭਾਵ ਜਿਹੜਾ ਹੈ ਉਹ ਖਤਮ ਹੋ ਜਾਏਗਾ, ਅਤੇ ਅਸੀਂ ਕਿਸੇ ਨਾਲ ਵੈਰ ਨਹੀਂ ਕਰਾਂਗੇ, ਅਸੀਂ ਨਿਰਵੈਰ ਹੋ ਜਾਵਾਂਗੇ। ਰੱਬੀ ਗੁਣ ਪੈਦਾ ਹੋ ਜਾਂਦੇ ਨੇ। ਬੜੀ ਜ਼ਬਰਦਸਤ ਕਾਢ ਹੈ ਰਿਸ਼ੀਆਂ, ਮੁਨੀਆਂ, ਪੀਰਾਂ, ਪੈਗੰਬਰਾਂ, ਅਵਤਾਰਾਂ ਜਿਹੜਾ ਗੁਰਮੰਤਰ ਹੈ, ਬੜੀ ਜ਼ਬਰਦਸਤ ਕਾਢ ਹੈ। ਵੀ ਤੁਸੀਂ ਰਾਮਚੰਦਰ ਵਰਗੇ ਹੋਣਾ, ਰਾਮ 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 ਕਰਦੇ ਰਾਮਚੰਦਰ ਵਰਗੇ ਹੋ ਜਾਓਗੇ, ਉਹਨ ਵਰਗੇ ਹੋ ਜਾਓਗੇ। ਉਹੀ ਤਾਂ ਰਾਮ ਦਾ ਪਰਮਾਤਮਾ ਨੂੰ ਕਹਿੰਦੇ ਨੇ। ਰਾਮ ਦਾ ਸ਼ਬਦੀ ਅਰਥ ਹੈ ਰਮਿਆ ਹੋਇਆ, ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ ਪਰਮਾਤਮਾ, ਉਹਨੂੰ ਰਾਮ ਵੀ ਕਹਿੰਦੇ ਨੇ। ਇਸ ਲਈ ਗੁਰੂ ਮਹਾਰਾਜ ਦਸਮ ਪਾਤਸ਼ਾਹ ਕਹਿੰਦੇ ਗਨੀਮੁਲ ਖਿਰਾਜ ਹੈ, ਤੂੰ ਵੈਰੀਆਂ ਤੋਂ ਟੈਕਸ ਲੈਣ ਵਾਲਾ ਹੈ। ਗਰੀਬੁਲ ਨਿਵਾਜ ਹੈ, ਤੂੰ ਗਰੀਬਾਂ ਨੂੰ ਨਿਵਾਜਣ ਵਾਲਾ ਹੈ।
ਹਰੀਫੁਲ ਸ਼ਿਕਨ ਹੈ, ਤੂੰ ਵੈਰੀਆਂ ਨੂੰ ਮਾਰਨ ਵਾਲਾ ਹੈ। ਹਿਰਾਸੁਲ ਫਿਕਨ ਹੈ, ਤੂੰ ਡਰ ਨੂੰ ਦੂਰ ਕਰਨ ਵਾਲਾ ਹੈ। ਸੋ ਗਨੀਮਲ ਹੁੰਦਾ ਦੁਸ਼ਮਣ, ਖਰਾਜ ਹੁੰਦਾ ਟੈਕਸ, ਗਰੀਬੁਲ ਹੁੰਦਾ ਗਰੀਬ, ਨਿਵਾਜ ਹੁੰਦਾ ਨਿਵਾਜਣਾ, ਆਦਰ ਮਾਣ ਦੇਣਾ। ਹਰੀਫੁਲ ਹੁੰਦਾ ਵੈਰੀ ਦੁਸ਼ਮਣ, ਸ਼ਿਕਨ ਹੁੰਦਾ ਤੋੜਨਾ ਮਾਰਨਾ, ਹਿਰਾਸੁਲ ਹੁੰਦਾ ਡਰ, ਫਿਕਨ ਹੁੰਦਾ ਦੂਰ ਕਰਨ ਵਾਲਾ। ਸੋ ਪਰਮਾਤਮਾ ਜਿਹੜਾ ਹੈ ਵੈਰੀਆਂ ਤੋਂ ਟੈਕਸ ਲੈਣ ਵਾਲਾ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਵੈਰੀਆਂ ਨੂੰ ਤੋੜਨ ਵਾਲਾ ਹੈ, ਮਾਰਨ ਵਾਲਾ ਹੈ, ਅਤੇ ਡਰ ਨੂੰ ਦੂਰ ਕਰਨ ਵਾਲਾ ਹੈ। ਕਲੰਕੰ ਪ੍ਰਨਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜ਼ਾਇਕ ਰਹੀਮ ਹੈ। ਕਲੰਕੰ ਪ੍ਰਨਾਸ ਹੈ, ਤੂੰ ਕਲੰਕਾਂ ਦਾ ਨਾਸ ਕਰਨ ਵਾਲਾ। ਕਈ ਵਾਰੀ ਬੰਦਾ ਮਾੜਾ ਕੰਮ ਕਰਦਾ ਹੈ, ਉਹ ਫਿਰ ਕਲੰਕ ਲੱਗ ਜਾਂਦਾ ਹੈ, ਬੰਦਾ ਕਲੰਕਿਤ ਹੋ ਜਾਂਦਾ ਹੈ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਹੌਲੀ ਹੌਲੀ ਜਿਹੜਾ ਕਲੰਕ ਲੱਗਾ ਹੋਇਆ ਉਹ ਮਿਟ ਜਾਏਗਾ, ਅਤੇ ਹੌਲੀ ਲੋਕ ਕਹਿਣਗੇ ਨਹੀਂ ਭਾਈ ਸੁਧਰ ਗਿਆ ਹੈ, ਇਹ ਮਾੜਾ ਨਹੀਂ ਰਿਹਾ, ਇਹ ਭਜਨ ਬੰਦਗੀ ਕਰਨ ਲੱਗ ਪਿਆ ਹੈ। ਪਰਮਾਤਮਾ ਜਿਹੜਾ ਹੈ ਕਲੰਕੰ ਪ੍ਰਨਾਸ ਹੈ। ਹੇ ਪਰਮਾਤਮਾ, ਤੂੰ ਕਲੰਕ ਨੂੰ ਨਾਸ ਕਰਨ ਵਾਲਾ ਹੈ। ਸਮਸਤੁਲ ਨਿਵਾਸ ਹੈ, ਸਮਸਤੁਲ ਹੁੰਦਾ ਸਾਰਿਆਂ ਦੇ ਵਿੱਚ, ਤੇਰਾ ਨਿਵਾਸ ਸਾਰਿਆਂ ਦੇ ਵਿੱਚ ਹੈ, ਤੂੰ ਸਾਰਿਆਂ ਦੇ ਵਿੱਚ ਵਸਣ ਵਾਲਾ ਹੈ। ਅਗੰਜੁਲ ਗਨੀਮ ਹੈ, ਅਗੰਜੁਲ ਦੁਸ਼ਮਣਾਂ ਨੂੰ ਕਹਿੰਦੇ ਨੇ, ਅਗੰਜੁਲ ਨਾਸ ਹੋਣ ਤੋਂ ਰਹਿਤ ਜਿਹੜਾ ਹੁੰਦਾ। ਗੰਜ ਹੁੰਦਾ ਕਿਸੇ ਨੂੰ ਮਾਰਨਾ, ਅਗੰਜੁਲ ਜਿਹਨੂੰ ਕੋਈ ਮਾਰ ਨਾ ਸਕੇ। ਗਨੀਮ ਹੁੰਦਾ ਵੈਰੀ, ਜਿਹਨੂੰ ਕੋਈ ਦੁਸ਼ਮਣ ਮਾਰ ਨਾ ਸਕੇ। ਪਰਮਾਤਮਾ ਨੂੰ ਕੋਈ ਵੀ ਮਾਰ ਨਹੀਂ ਸਕਦਾ, ਉਹ ਅਗੰਜੁਲ ਹੈ, ਉਹ ਨਾਸ਼ ਤੋਂ ਰਹਿਤ ਹੈ। ਗਨੀਮ ਦੁਸ਼ਮਣ ਨੂੰ ਕਹਿੰਦੇ, ਵੈਰੀ ਨੂੰ ਕਹਿੰਦੇ। ਉੱਪਰ ਆਇਆ ਨਾ ਗਨੀਮੁਲ ਖਰਾਜ ਹੈ, ਤੋ ਵੈਰੀ ਤੋਂ ਟੈਕਸ ਲੈਣ ਵਾਲਾ ਹੈ। ਗਨੀਮ ਵੈਰੀ, ਅਗੰਜੁਲ ਜਿਹੜਾ ਨਾਸ਼ ਤੋਂ ਰਹਿਤ ਹੈ, ਅਵਿਨਾਸ਼ੀ। ਭਾਵ ਕੋਈ ਤੇਰਾ ਵੈਰੀ ਤੈਨੂੰ ਮਾਰ ਨਹੀਂ ਸਕਦਾ। ਰਜ਼ਾਇਕ ਰਹੀਮ ਹੈ, ਰਜ਼ਾ ਮਰਜ਼ੀ। ਅੱਜ ਪਰਮਾਤਮਾ ਦੀ ਰਜ਼ਾ 'ਚ ਰਹਿਣਾ ਚਾਹੀਦਾ। ਰਜ਼ਾ ਅਰਬੀ ਭਾਸ਼ਾ ਦਾ ਸ਼ਬਦ ਹੈ, ਮਰਜ਼ੀ। ਉਸ ਨੂੰ ਕਹਿੰਦੇ ਰਜ਼ਾਈ, ਰਜ਼ਾ ਦਾ ਮਾਲਕ, ਮਰਜ਼ੀ ਕਰਨ ਵਾਲਾ। ਰਜ਼ਾਇਕ, ਹੇ ਪਰਮਾਤਮਾ ਤੂੰ ਮਰਜ਼ੀ ਦਾ ਮਾਲਕ ਹੈ, ਆਪਣੀ ਮਰਜ਼ੀ ਕਰਨ ਵਾਲਾ ਹੈ। ਰਹੀਮ ਹੈ, ਤੂੰ ਦਿਆਲੂ ਹੈ, ਕਿਸੇ 'ਤੇ ਰਹਿਮ ਆ ਜਾਏ, ਦਇਆ ਆ ਜਾਏ। ਆਪਾਂ ਦਇਆ ਕਹਿੰਦੇ ਹਾਂ, ਦਿਆਲੂ ਕਹਿੰਦੇ ਹਾਂ, ਫਾਰਸੀ ਵਾਲੇ ਰਹੀਮ ਕਹਿੰਦੇ ਨੇ। ਰਹਿਮ ਤੋਂ ਬਣੇ ਰਹੀਮ। ਰਹਿਮ ਹੁੰਦਾ ਕਿਸੇ 'ਤੇ ਤਰਸ ਆ ਜਾਣਾ, ਦਇਆ ਆ ਜਾਣਾ। ਫਿਰ ਸੁਣੋ, ਕਲੰਕੰ ਕਲੰਕ ਪ੍ਰਨਾਸ ਹੁੰਦਾ ਨਾਸ਼ ਕਰਨ ਵਾਲਾ। ਤੂੰ ਕਲੰਕਾਂ ਦਾ ਨਾਸ਼ ਕਰਨ ਵਾਲਾ ਹੈ। ਸਮਸਤੁਲ ਨਿਵਾਸ ਹੈ, ਸਾਰਿਆਂ ਦੇ ਵਿੱਚ ਤੇਰਾ ਨਿਵਾਸ ਹੈ। ਤੂੰ ਜੋ ਕੁਝ ਵੀ ਬਣਾਇਆ ਹੈ ਤੂੰ ਉਹਦੇ ਵਿੱਚ ਵਸਦਾ ਹੈ, ਉਹਦੇ ਵਿੱਚ ਵਸਦਾ। ਜਿਵੇਂ ਨਿਵਾਸ ਸਥਾਨ ਹੈ, ਆਪਣਾ ਘਰ ਜਿਹੜਾ ਹੈ ਇਹ ਸਾਡਾ ਨਿਵਾਸ ਹੈ, ਅਸੀਂ ਇਸ ਦੇ ਵਿੱਚ ਵਸਦੇ ਹਾਂ। ਸਮਸਤੁਲ, ਸਮਸਤ ਸਾਰੇ ਨੂੰ ਕਹਿੰਦੇ ਨੇ। ਸਮਸਤੁਲ ਨਿਵਾਸ ਹੈ, ਤੇਰਾ ਸਾਰਿਆਂ ਦੇ ਵਿੱਚ ਨਿਵਾਸ ਹੈ। ਅਗੰਜੁਲ ਗਨੀਮ ਹੈ, ਅਗੰਜੁਲ ਹੁੰਦਾ ਜਿਹੜਾ ਨਾਸ਼ ਨਾ ਹੋਵੇ, ਅਵਿਨਾਸ਼ੀ। ਗਨੀਮ ਹੁੰਦਾ ਵੈਰੀ, ਵੈਰੀ ਤੈਨੂੰ ਨਾਸ਼ ਨਹੀਂ ਕਰ ਸਕਦੇ, ਤੇਰੇ ਵੈਰੀ ਤੈਨੂੰ ਨਾਸ਼ ਨਹੀਂ ਕਰ ਸਕਦੇ, ਕਿਉਂਕਿ ਤੂੰ ਅਵਿਨਾਸ਼ੀ ਹੈ। ਰਜ਼ਾਇਕ ਰਹੀਮ ਹੈ, ਰਜ਼ਾਇਕ ਹੁੰਦਾ ਰਜ਼ਾ ਦਾ ਮਾਲਕ, ਤੂੰ ਮਨ ਮਰਜ਼ੀ ਕਰਨ ਵਾਲਾ ਹੈ। ਰਹੀਮ ਹੈ, ਤੂੰ ਰਹਿਮ ਕਰਨ ਵਾਲਾ ਹੈ, ਤੂੰ ਦੂਜਿਆਂ 'ਤੇ ਦਇਆ ਕਰਨ ਵਾਲਾ ਹੈ। ਸਮਸਤੁਲ ਜ਼ੁਬਾਨ ਹੈ, ਕਿ ਸਾਹਿਬ ਕਿਰਾਂ ਹੈ, ਕਿ ਨਰਕੰਗ ਪ੍ਰਨਾਸ ਹੈ,
बहिश्तुल निवास है, समस्तुल जुबान है। जुबान फारसी ਦੇ 'ਚ ਨਿਯਮ ਹੈ ਕਿ ਉਂਝ ਤਾਂ ਜ਼ੁਬਾਨ ਹੈ ਪੂਰਾ ਨੰਨੇ ਨਾਲ ਹੈ, ਹਲਕਾ ਜੀ ਮੂੰਹ ਜ਼ੁਬਾਨੀ ਉਹਨੂੰ ਯਾਦ ਹੈ ਜ਼ੁਬਾਨ। ਜਦੋਂ ਨੰਨਾ ਨਹੀਂ ਲਾਉਣਾ ਹੁੰਦਾ ਫਿਰ ਕੰਨੇ 'ਤੇ ਬਿੰਦੀ ਲਾ ਦਿੰਦੇ, ਉਹ ਬਹੁਵਚਨ ਹੋ ਜਾਂਦਾ। ਜੇ ਤੁਸੀਂ ਦੇਖਿਆ ਉਹਨੇ ਸ਼ਬਦ ਹੈ ਮਹਾਨ, ਮਹਾਨ ਵੱਡੇ ਨੂੰ ਕਹਿੰਦੇ ਨਾ, ਫਾਰਸੀ 'ਚ ਉਸ ਤੋਂ ਬੜਾ ਤਾਂ ਮਹਾਂ, ਮੰਮਾ ਹਾਹੇ ਨੂੰ ਕਰਨਾ ਬਿੰਦੀ ਮਹਾਂ। ਜਿਵੇਂ ਮਹਾਰਾਜਾ ਪੂਰਾ ਸ਼ਬਦ ਮਹਾਨ ਰਾਜਾ, ਵੱਡਾ ਰਾਜਾ। ਫਾਰਸੀ 'ਚ ਮਹਾਨ ਨੂੰ ਫਿਰ ਜਦ ਬਣਾਉਂਦੇ ਨਾ ਮਹਾਂ ਬਣਾਉਂਦੇ ਨੇ, ਕੰਨੇ ਨੂੰ ਤੇ ਉੱਤੇ ਬਿੰਦੀ ਲਾ ਦਿੰਦੇ ਨੇ। ਹੁਣ ਮਹਾਂ ਤੋਂ ਬਣ ਗਿਆ ਮਹਾਨ, ਮਹਾਨ ਤੋਂ ਛੋਟਾ ਬਣ ਗਿਆ ਮਹਾਂ। ਪੂਰਾ ਸ਼ਬਦ ਹੈ ਜ਼ੁਬਾਨ, ਉੱਥੇ ਬੜਾ ਤਾਂ ਛੋਟਾ ਜ਼ੁਬਾਨ। ਇਸ ਤਰ੍ਹਾਂ ਹੀ ਕਿਰਾਂ ਬਣਾਤੇ ਕਿਰਾਨ ਤੋਂ, ਕਿਰਾਨ ਤੋਂ ਬਣਾਤੇ ਕਿਰਾਂ, ਕਿਰਾਂ ਜਿਹੜਾ ਭਾਗਾਂ ਵਾਲਾ ਹੈ। ਸਮਸਤੁਲ ਜ਼ੁਬਾਨ ਹੈ, ਤੂੰ ਸਾਰਿਆਂ ਦੀ ਜ਼ੁਬਾਨ ਹੈ, ਕਿਉਂਕਿ ਪਰਮਾਤਮਾ ਵੀ ਸਾਰਿਆਂ 'ਚ ਬੋਲ ਰਿਹਾ, ਉਹੀ ਬੈਠਾ ਸਾਰਿਆਂ 'ਚ ਬੋਲ ਰਿਹਾ, ਇਸ ਲਈ ਸਭ ਦੀ ਜ਼ੁਬਾਨ ਉਹ ਹੈ। ਤੂੰ ਸਭ ਦੀ ਜ਼ੁਬਾਨ ਹੈ ਕਿ ਸਾਹਿਬ ਕਿਰਾਂ ਹੈ। ਸਾਹਿਬ ਮਾਲਕ ਨੂੰ ਕਹਿੰਦੇ ਨੇ, ਸਾਹਿਬ ਵੱਡੇ ਨੂੰ ਵੀ ਕਹਿੰਦੇ ਨੇ। ਕਿਰਾਂ ਹੈ ਭਾਗਾਂ ਵਾਲਾ ਹੈ, ਤੂੰ ਬਹੁਤ ਭਾਗਾਂ ਵਾਲਾ ਹੈ। ਆਪਾਂ ਕਿ ਬਦਕਿਸਮਤ ਹੈ, ਆਪਾਂ ਨੂੰ ਭਾਗਾਂ ਵਾਲੇ ਹੋਣੇ, ਕੀਤਾ ਕੀ ਜਾਏ। ਧਿਆਨ ਦੇਣ, ਸਾਨੂੰ ਵਿੱਚੋਂ ਹਿੰਟ ਮਿਲਦੇ ਨੇ। ਸਪੋਜ਼ ਕਿ ਅਸੀਂ ਬਦਕਿਸਮਤ ਹਾਂ, ਅਸੀਂ ਭਾਗਾਂ ਵਾਲੇ ਹੋਣਾ ਚਾਹੁੰਦੇ ਹਾਂ। ਪਰਮਾਤਮਾ ਭਾਗਾਂ ਵਾਲਾ ਹੈ, ਉਹਦਾ ਨਾਮ ਜਪੀ ਜਾਓ, ਇੱਕ ਦਿਨ ਤੁਸੀਂ ਭਾਗਾਂ ਵਾਲੇ ਹੋ ਜਾਓਗੇ। ਕੰਮ ਤਾਂ ਸੌਖਾ ਹੀ ਹੈ, ਕੰਮ ਤਾਂ ਸੌਖਾ ਹੀ, ਬਸ ਕਰਨ ਦੀ ਲੋੜ ਹੈ। ਪਰਮਾਤਮਾ ਭਾਗਾਂ ਵਾਲਾ ਹੈ, ਆਪਾਂ ਬਦਕਿਸਮਤ ਹਾਂ। ਆਪਾਂ ਕਿਸੇ ਬੰਦੇ ਵੇ ਬੰਦਾ ਫਲਾਣਾ ਬੰਦਾ ਹੈ ਬੜਾ ਭਾਗਾਂ ਵਾਲਾ ਹੈ, ਆਪਾਂ ਵੀ ਭਾਗਾਂ ਵਾਲਾ ਹੋਣਾ ਚਾਹੁੰਦੇ ਹਾਂ। ਉਹ ਬੰਦੇ ਨੂੰ ਯਾਦ ਕਰਕੇ ਅਸੀਂ ਭਾਗਾਂ ਵਾਲੇ ਨਹੀਂ ਹੋ ਸਕਦੇ। ਪਰਮਾਤਮਾ ਨੂੰ ਯਾਦ ਕਰ ਕਰਕੇ ਅਸੀਂ ਭਾਗਾਂ ਵਾਲੇ ਹੋ ਸਕਦੇ, ਕਿ ਪਰਮਾਤਮਾ ਭਾਗਾਂ ਵਾਲਾ। ਅਸੀਂ ਅਨਲੱਕੀ ਤੋਂ ਲੱਕੀ ਹੋ ਜਾਵਾਂਗੇ, ਬਦਕਿਸਮਤ ਤੋਂ ਖੁਸ਼ਕਿਸਮਤ ਹੋ ਜਾਵਾਂਗੇ। ਹੁਣ ਕਈ ਸੋਚਦੇ ਨੇ ਬਸ ਚੱਕ ਫੱਟੇ ਦੇ ਸਿਰ ਲਾ ਜਾ ਵਾਹਿਗੁਰੂ ਕਰ ਭਾਗਾਂ ਵਾਲੇ ਹੋ ਜਾਣੇ, ਬਸ ਫਿਰ 5-7 ਮਿੰਟਾਂ ਬਾਅਦ ਫਿਰ ਕਹਿਣ ਨਹੀਂ ਸਾਡੇ ਭਾਗਾਂ 'ਚ ਕਿੱਥੇ ਲਿਖਿਆ, ਚਲ ਉੱਥੇ ਆ ਜਾ ਮੁੜ ਕੇ। ਕਿਉਂਕਿ ਇਰਾਦੇ ਦੀ ਬਹੁਤ ਜ਼ਰੂਰਤ ਹੈ। ਇੱਛਾ ਹੋਰ ਗੱਲ ਹੁੰਦੀ ਹੈ, ਇਰਾਦਾ ਹੋਰ ਗੱਲ ਹੁੰਦੀ ਹੈ। ਇੱਛਾ ਮੈਂ ਭਾਗਾਂ ਵਾਲਾ ਹੋ ਜਾ, ਉਸ ਇੱਛਾ ਦੀ ਪੂਰਤੀ ਲਈ ਜਿਹੜਾ ਯਤਨ ਕਰਨਾ ਪੈਣਾ, ਉਹ ਨਹੀਂ ਮਨੁੱਖ ਕਰਦਾ। ਭਾਗਾਂ ਵਾਲਾ ਤਾਂ ਹੋਣਾ ਚਾਹੁੰਦਾ, ਕਿਵੇਂ ਭਾਗਾਂ ਵਾਲਾ ਹੋਵੇਗਾ ਉਸ ਤਰ੍ਹਾਂ ਕਰ ਨਹੀਂ ਸਕਦਾ, ਜਾਂ ਕਰਨਾ ਨਹੀਂ ਚਾਹੁੰਦਾ, ਇਸ ਲਈ ਬਦਕਿਸਮਤੀ ਰਹਿ ਜਾਂਦਾ, ਇਸ ਲਈ ਬਦਕਿਸਮਤ ਰਹਿ ਜਾਂਦਾ। ਅਸੀਂ ਭਾਗਾਂ ਵਾਲੇ ਹੋ ਸਕਦੇ ਹਾਂ, ਇਹ ਨਹੀਂ ਕਿ ਨਹੀਂ ਹੋ ਸਕਦੇ। ਠੀਕ ਹੈ, ਸਾਡੇ ਪਿਛਲੇ ਕਰਮਾਂ ਨੂੰ ਵੇਖ ਕੇ ਸਾਨੂੰ ਬਦਕਿਸਮਤ ਲਿਖ ਦਿੱਤਾ ਹੈ, ਲਿਖਦਾ ਬਦਕਿਸਮਤ। ਹੁਣ ਅਸੀਂ ਖੁਸ਼ਕਿਸਮਤ ਹੋਣਾ ਤਾਂ ਫਿਰ ਪਰਮਾਤਮਾ ਦਾ ਨਾਮ ਜਪੋ ਜਾਂ ਬਾਣੀ ਪੜ੍ਹੋ, ਇਹ ਤੁਹਾਡੀ ਕਿਸਮਤ ਬਦਲ ਦੇਗੀ। ਰੋਣ ਪਿੱਟਣ ਨਾਲ ਤਾਂ ਕਿਸਮਤ ਨਹੀਂ ਬਦਲਣੀ, ਰੋਈ ਜਾਓ ਪਿੱਟੀ ਜਾਓ, ਇਹਦੇ ਨਾਲ ਕਿਸਮਤ ਨਹੀਂ ਬਦਲਿਆ ਕਰਦੀ। ਕਿਸਮਤ ਬਦਲਦੀ ਹੈ ਪਰਮਾਤਮਾ ਦਾ ਨਾਮ ਜਪ ਕੇ ਜਾਂ ਬਾਣੀ ਪੜ੍ਹ ਕੇ। ਇਹ ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਬਦਕਿਸਮਤ ਰਹਿਣਾ ਕਿ ਖੁਸ਼ਕਿਸਮਤ ਹੋਣਾ ਹੈ। ਫੈਸਲਾ ਤੁਸੀਂ ਕਰਨਾ, ਯਤਨ ਤੁਸੀਂ ਕਰਨੇ ਨੇ। ਗੁਰੂ ਮਹਾਰਾਜ ਤੇ ਸਿਰਫ ਸਾਨੂੰ ਢੰਗ ਤਰੀਕਾ ਦੱਸਣਾ, ਕਰਨਾ ਤੇ ਸਿੱਖ ਨਹੀਂ ਹੈ ਨਾ। ਗੁਰੂ ਮਹਾਰਾਜ ਤਾਂ ਸਾਨੂੰ ਗਾਈਡ ਕਰਦੇ ਨੇ ਕਿ ਭਾਈ ਤੂੰ ਐਂ ਕਰ ਲੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸਮਸਤੁਲ ਜ਼ੁਬਾਨ ਹੈ, ਤੂੰ ਸਾਰਿਆਂ ਦੀ ਜ਼ੁਬਾਨ ਹੈ, ਕਿ ਸਾਹਿਬ ਕਿਰਾਂ ਹੈ, ਤੂੰ ਬਹੁਤ ਵੱਡੇ ਭਾਗਾਂ ਵਾਲਾ ਹੈ, ਕਿ ਨਰਕੰਗ ਪ੍ਰਨਾਸ ਹੈ, ਤੂੰ ਨਰਕਾਂ ਦਾ ਨਾਸ਼ ਕਰਨ ਵਾਲਾ ਹੈ। ਬਹਿਸ਼ਤੁਲ ਨਿਵਾਸ ਹੈ, ਆਪਾਂ ਕਹਿੰਦੇ ਸਵਰਗ, ਫਾਰਸੀ ਕਹਿੰਦੇ ਬਹਿਸ਼ਤ, ਆਪਾਂ ਕਹਿੰਦੇ ਨਰਕ, ਫਾਰਸੀ ਵਾਲੇ ਕਹਿੰਦੇ ਜਹੰਨਮ। ਕਈ ਵਾਰੀ ਮਾਂ ਪਿਓ ਜਾ ਜਹੰਨਮ ਨੂੰ, ਭਾਵੇਂ ਉਹਨੂੰ ਮੀਨਿੰਗ ਨਹੀਂ ਪਤਾ ਪਰ ਉਹਨੂੰ ਭਾਵ ਪਤਾ।
ਜਾ ਜਹੰਨਮ 'ਚ, ਵੀ ਜਾ ਨਰਕਾਂ ਨੂੰ। ਬਹਿਸ਼ਤੁਲ ਨਿਵਾਸ ਹੈ, ਤੂੰ ਸਵਰਗ ਦਾ ਨਿਵਾਸੀ, ਤੇਰਾ ਨਿਵਾਸ ਸਵਰਗ ਵਿੱਚ ਹੈ। ਉਹ ਨਰਕ 'ਚ ਨਹੀਂ ਰਹਿੰਦਾ, ਉਹ ਸਵਰਗ 'ਚ। ਬਹਿਸ਼ਤੁਲ ਨਿਵਾਸ ਹੈ, ਸਵਰਗ ਦੇ ਵਿੱਚ ਤੇਰਾ ਨਿਵਾਸ ਹੈ। ਬਹਿਸ਼ਤ ਸਵਰਗ ਨੂੰ ਕਹਿੰਦੇ। ਬਹਿਸ਼ਤ ਤੋਂ ਛੋਟਾ ਭਿਸਤ ਵੀ ਬਣਾਇਆ ਗੁਰਬਾਣੀ 'ਚ, ਭਿਸਤ ਵੀ ਬਣਾਇਆ ਹੈ। ਪੂਰਾ ਬਹਿਸ਼ਤ ਸਵਰਗ ਨੂੰ ਕਹਿੰਦੇ। ਸੋ ਹੈ ਪਰਮਾਤਮਾ, ਤੂੰ ਸਭ ਦੀ ਜ਼ਬਾਨ ਹੈ, ਸਭ ਤੋਂ ਵੱਡਾ ਭਾਗਾਂ ਵਾਲਾ ਹੈ, ਨਰਕਾਂ ਦਾ ਨਾਸ ਕਰਨ ਵਾਲਾ ਹੈ ਅਤੇ ਸਵਰਗ ਦੇ ਵਿੱਚ ਰਹਿਣ ਵਾਲਾ ਹੈ। ਸਰਬੁਲ ਗਵਨ ਹੈ, ਹਮੇਸ਼ੁਲ ਰਵਨ ਹੈ, ਤਮਾਮੁਲ ਤਮੀਜ਼ ਹੈ, ਸਮਸਤੁਲ ਅਜ਼ੀਜ਼ ਹੈ। ਸਰਬੁਲ ਗਵਨ ਹੈ, ਗਵਨ ਹੁੰਦਾ, ਗਵਨ ਹੁੰਦਾ ਜਾਣਾ, ਗਵਨ ਤਾਂ ਬਣੇ ਗਵਨ। ਤੂੰ ਸਾਰੇ ਥਾਵਾਂ 'ਤੇ ਜਾ ਸਕਦਾ ਹੈ। ਅਸੀਂ ਤਾਂ ਸਾਰੀਆਂ ਥਾਵਾਂ 'ਤੇ ਜਾ ਨਹੀਂ ਸਕਦੇ। ਸਾਨੂੰ ਕੋਈ ਕਹਿ ਦੇ ਤੁਸੀਂ ਸੂਰਜ ਜਾ ਕੇ ਵਿਖਾਓ, ਅਸੀਂ ਤਾਂ ਜੇ ਸੂਰਜ ਦੇ ਨੇੜੇ ਜਾਵਾਂਗੇ ਜੀ ਸੜ ਬਲ ਜਾਵਾਂਗੇ, ਇੰਨੀ ਗਰਮੀ ਹੈ। ਤਾਂ ਸੂਰਜ 'ਤੇ ਪਹੁੰਚਣ ਦਾ ਹੋਰ ਗੱਲ ਹੈ, ਸੂਰਜ ਦੇ ਕੋਲ ਨਹੀਂ ਜਾ ਸਕਦੇ। ਇਸ ਲਈ ਅਸੀਂ ਸਾਰੀ ਥਾਵਾਂ 'ਤੇ ਨਹੀਂ ਜਾ ਸਕਦੇ। ਪਰਮਾਤਮਾ ਸਰਬੁਲ ਗਵਨ ਹੈ। ਹੇ ਪਰਮਾਤਮਾ, ਤੂੰ ਸਾਰੀਆਂ ਥਾਵਾਂ 'ਤੇ ਜਾਣ ਵਾਲਾ ਹੈ। ਹਮੇਸ਼ੁਲ ਰਵਨ ਹੈ, ਹਮੇਸ਼ੁਲ ਹੁੰਦਾ ਸਦਾ, ਹਮੇਸ਼ਾ ਜਿਹਨੂੰ ਕਹਿੰਦੇ ਨੇ। ਆਪਾਂ ਹਮੇਸ਼ਾ ਕਹਿੰਦੇ ਹਾਂ, ਫਾਰਸੀ 'ਚ ਹਮੇਸ਼ੁਲ ਕਹਿੰਦੇ। ਰਵਨ ਹੁੰਦਾ ਭੋਗਣ, ਤੂੰ ਹਮੇਸ਼ਾ ਭੋਗਣ ਵਾਲਾ ਹੈ। ਧਿਆਨ ਦੇਣਾ, ਜਿਹੜੀ ਕਿਸਮਤ ਹੁੰਦੀ ਹੈ ਇਹ ਭੋਗੀ ਜਾਂਦੀ ਹੈ, ਜਿਹੜੇ ਕਰਮ ਨੇ ਇਹ ਕੀਤੇ ਜਾਂਦੇ। ਜੋ ਅਸੀਂ ਪਿਛਲੇ ਜਨਮ 'ਚ ਕਰਮ ਕੀਤੇ ਉਹ ਸਾਡੀ ਕਿਸਮਤ ਬਣ ਗਈ। ਉਹਨਾਂ ਕਰਮਾਂ ਨੂੰ ਅਸੀਂ ਭੋਗ ਰਹੇ ਹਾਂ, ਨਵੇਂ ਕਰਮ ਅਸੀਂ ਕਰ ਰਹੇ ਹਾਂ। ਜਿਹੜਾ ਮਨੁੱਖਾ ਜੀਵਨ ਹੈ ਇਹ ਕਰਮ ਜੂਨੀ ਵੀ ਹੈ, ਇਹ ਭੋਗ ਜੂਨੀ ਵੀ ਹੈ। ਅਸੀਂ ਕਰਮ ਕਰ ਵੀ ਰਹੇ ਹਾਂ ਅਤੇ ਪਿਛਲੇ ਕਰਮਾਂ ਦਾ ਫਲ ਭੋਗ ਰਹੇ। ਹੁਣ ਦੇ ਕਰਮਾਂ ਦਾ ਫਲ ਤਾਂ ਪਤਾ ਨਹੀਂ ਕਦੋਂ ਭੋਗਾ, ਕਦੋਂ ਵਾਰੀ ਆਵੇਗੀ। ਜੇ ਕੋਈ ਅਮੀਰੀ ਭੋਗ ਰਿਹਾ ਹੈ ਉਹ ਹੁਣ ਦੇ ਕਰਮਾਂ ਕਾਰਨ ਨਹੀਂ ਹੈ, ਉਹ ਤਾਂ ਪਿਛਲੇ ਕਰਮਾਂ ਕਾਰਨ ਹੈ। ਜੋ ਕੋਈ ਬਹੁਤ ਪੜ੍ਹਿਆ ਲਿਖਿਆ ਹੈ ਉਹ ਹੁਣ ਨਹੀਂ ਹੈਗਾ, ਉਹਦੇ ਭਾਗਾਂ 'ਚ ਲਿਖਿਆ ਤੂੰ ਬਹੁਤ ਪੜ੍ਹੇ ਲਿਖੇਗਾ, ਉਹ ਬਹੁਤ ਪੜ੍ਹ ਲਿਖ ਗਿਆ, ਬਹੁਤ ਪੜ੍ਹ ਲਿਖ ਗਿਆ। ਕਿਸਮਤ ਲਿਖੀ ਹੋਈ ਹੈ। ਮੇਰਾ ਵੱਡਾ ਭਰਾ ਉਹ ਜੇ ਛੋਟਾ ਜਿਹਾ ਸੀ, ਸਾਡੇ ਜਿਹੜਾ ਜੋਤਿਸ਼ ਸੀ, ਖਾਨਦਾਨੀ ਜੋਸ਼ੀ ਚੁੰਨੀ ਲਾਲ, ਉਹ ਕੋਈ ਪੱਤਰੀ ਨਹੀਂ ਸੀ ਵੇਖ ਕੇ ਕਰਦਾ, ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ। ਉਸ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ, ਉਹ ਕਿਸੇ ਬੰਦੇ ਨੂੰ ਵੇਖੇ ਬਿਨਾਂ ਵੀ ਦੱਸ ਦਿੰਦਾ ਸੀ ਕਿ ਜੇ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ, ਚਾਹੇ ਬੰਦਾ ਇੰਗਲੈਂਡ ਬੈਠਾ ਹੋਵੇ, ਮੈਂ ਇੱਥੋਂ ਦੱਸ ਸਕਦਾ ਉਸ ਨੂੰ ਵੀ ਇਹੋ ਜਿਹੇ ਕੱਪੜੇ ਪਾ ਕੇ ਇਸ ਨੂੰ ਲੇਟਿਆ ਹੋਇਆ, ਬੈਠਿਆ ਹੋਇਆ, ਕੰਮ ਕਰ ਰਿਹਾ, ਕੌਣ ਹੈ ਕੌਣ, ਦੱਸ। ਜੇ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ, ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ। ਉਹ ਮੇਰੇ ਪਿਤਾ ਖਜ਼ਾਨ ਸਿਆਂ, ਆ ਜਿਹੜਾ ਤੇਰਾ ਪੁੱਤਰ ਹੈ ਨਾ, ਇਹਦਾ ਵਿਆਹ ਤਾਂ ਹੋਵੇਗਾ, ਇਹਦੇ ਬੱਚੇ ਵੀ ਹੋਣਗੇ, ਪਰ ਵਿਆਹ ਨਾ ਵਰਗਾ ਹੋਏਗਾ। ਉਹੀ ਗੱਲ ਹੋਈ, ਵਿਆਹ ਵੀ ਹੋਇਆ, ਆਪਸ 'ਚ ਨਿਭੀ ਵੀ ਨਹੀਂ, 3 ਜਵਾਕ ਵੀ ਹੋ ਗਏ। ਦੇਖੋ ਅਜੇ 10, 12, 15, 14, 15 ਸਾਲ ਦੇ ਸਨ ਜਦੋਂ ਉਹਨੇ ਇਹ ਗੱਲ ਕਹੀ ਹੈ ਕਿ ਤੇਰੇ ਇਸ ਮੁੰਡੇ ਦਾ ਵਿਆਹ ਵੀ ਹੋਵੇਗਾ, ਇਹਦੇ ਬੱਚੇ ਵੀ ਹੋਣਗੇ, ਪਰ ਵਿਆਹ ਨਾ ਹੋਇਆ ਵਰਗਾ ਹੋਏਗਾ। ਇਹਦੇ ਮਤਲਬ ਤਾਂ ਪਹਿਲੇ ਲਿਖਿਆ ਹੋਇਆ। ਅਸੀਂ ਹੁਣ ਰੋਂਦੇ ਪੜਦੇ ਉਹ ਜੀ ਸਾਡੀ ਨੂੰਹ ਇਹੋ ਜਿਹੀ ਆ ਗਈ, ਸਾਡਾ ਜਵਾਈ ਹੋਏ, ਉਹ ਤਾਂ ਪਹਿਲੇ ਲਿਖਿਆ ਹੋਇਆ ਵੀ ਤੈਨੂੰ ਇਹੋ ਜਿਹੀ ਨੂੰਹ ਟੱਕਰਨੀ ਹੈ, ਇਹੋ ਜਿਹੀ ਘਰ ਵਾਲੀ ਟੱਕਰਨੀ ਹੈ, ਇਹੋ ਜਿਹਾ ਤੇਰੇ ਘਰ ਵਾਲਾ ਟੱਕਰਨਾ, ਉਹ ਤਾਂ ਪਹਿਲੇ ਲਿਖਿਆ ਹੋਇਆ। ਹੁਣ ਰੋਈ ਜਾਓ, ਪਿੱਟੀ ਜਾਓ, ਉਹਦੇ ਨਾਲ ਕੀ ਬਣਦਾ? ਹੁਣ ਰੋਈ ਜਾਓ, ਪਿੱਟੀ ਜਾਓ। ਹੁਣ ਜਿੰਨਾ ਚਿਰ ਰੰਡੀ ਰੋਣਾ ਲਿਖਿਆ ਹੋਇਆ ਉਹ ਨਹੀਂ ਕਹਿਣਾ ਛੁੱਟਦਾ। ਜਦੋਂ ਰੰਡੀ ਰੋਣੇ ਦੇ ਕਹਿਣਾ ਜੇ ਫਿਰ ਤਲਾਕ ਹੋ ਜਾਏਗਾ, ਫਿਰ ਤਲਾਕ ਹੋ ਜਾਏਗਾ। ਅਤੇ ਅੱਗੇ ਫਿਰ ਲਿਖਿਆ ਦੂਜੀ ਨਾਲ ਵੀ ਤੇਰਾ ਐਂ ਰਹੂ, ਤੀਜੀ ਨਾਲ ਵੀ ਐਂ ਰਹੂ, ਕਈ ਦਾ ਹੀ ਲਿਖਿਆ ਹੁੰਦਾ।
ਇੱਕ ਮੇਰੇ ਕੋਲ ਬੀਬੀ ਆ ਗਈ, ਕਹਿੰਦੀ ਮੇਰੀ ਸ਼ਾਦੀ ਹੋ ਜਾਏ। ਮੈਂ ਦੇਖਿਆ ਕਾਫੀ ਉਮਰ ਹੈ। ਮੈਂ ਜੀ ਤੁਹਾਡੀ ਕਿੰਨੀ ਉਮਰ ਹੋ ਗਈ? ਕਹਿੰਦੇ 45 ਸਾਲ। ਮੈਂ ਤੇਰੀ ਸ਼ਾਦੀ ਨਹੀਂ? ਕਹਿੰਦੇ ਜੀ 3 ਤਾਂ ਹੋ ਗਈਆਂ ਨੇ, ਹੁਣ ਚੌਥੀ ਹੀ ਕਰਾਉਣੀ। ਮੈਂ ਜਰਾ ਮੂਡ 'ਚ ਬੈਠਾ ਹੋਇਆ ਸੀ। ਮੈਂ ਬੀਬਾ 1 ਕਰੋੜ ਕਮਾ ਲਿਆ? ਕਿ ਨਹੀਂ ਜੀ, ਤਾਂ 75 ਲੱਖ ਕਮਾਏ। ਦੱਸੋ, 3 ਘਰ ਤਾਂ ਪਹਿਲਾਂ ਉਜਾੜਤੇ, ਹੁਣ ਚੌਥਾ ਉਜਾੜਨ ਦੀ ਤਿਆਰੀ ਹੈ। ਭਾਗਾਂ ਜੀ ਕੁਛ ਇਹੋ ਜਿਹਾ ਲਿਖਿਆ ਹੁੰਦਾ ਹੈ, ਉਹੋ ਜਿਹੀ ਸੁਭਾਅ, ਉਹੋ ਜਿਹੀ ਆਦਤਾਂ ਬੰਦੇ ਦੀਆਂ ਹੋ ਜਾਂਦੀਆਂ ਹਨ। ਇਹ ਹੈ ਭੋਗਣਾ, ਇਹ ਹੈ ਕਿਸਮਤ ਨੂੰ ਭੋਗਣਾ। ਇਹ ਤਾਂ ਲਿਖਾ ਕੇ ਲਿਆਇਆ, ਤੈਨੂੰ ਇਹੋ ਜਿਹਾ ਘਰ ਵਾਲਾ ਟੱਕਰੂ, ਤੈਨੂੰ ਇਹੋ ਜਿਹੀ ਘਰ ਵਾਲੀ ਟੱਕਰੂ, ਇਹੋ ਜਿਹੀ ਸੱਸ ਟੱਕਰੂ, ਇਹੋ ਜਿਹਾ ਜੇਠ ਨਾਨ, ਜੋ ਵੀ ਇਹੋ ਜਿਹੀ ਟੱਕਰੂ, ਤਾਂ ਪਹਿਲੇ ਲਿਖਿਆ ਹੋਇਆ ਹੈ। ਹੁਣ ਉਹਨੂੰ ਹੱਸ ਕੇ ਬਿਤਾ ਲਓ, ਰੋ ਕੇ ਬਿਤਾ ਲਓ, ਚੀਂ ਕਰੀ ਜਾਓ, ਫੀਂ ਕਰੀ ਜਾਓ, ਇਹ ਤਾਂ ਹੁਣ ਲਿਖਿਆ ਹੋਇਆ। ਭਜਨ ਬੰਦਗੀ ਕਰ ਲਓ, ਸ਼ਾਇਦ ਕੋਈ ਗੱਲ ਬਣ ਜਾਏ। ਹੋਰ ਸੋ ਕਰੇ, ਇਹਨੂੰ ਕਹਿੰਦਾ ਭੋਗਣਾ। ਸਾਡੀ ਸਿਰਫ ਭੋਗ ਜੂਨੀ ਵੀ ਹੈ। ਆ ਨਵੇਂ ਅਸੀਂ ਕਰਮ ਕਰ ਰਹੇ, ਇਹਨਾਂ ਨੂੰ ਭੋਗਣ ਲਈ ਤਿਆਰ ਰਹਿਣ। ਹੈ ਜਾਏ ਤੋਂ ਜਾਏ ਕਹਾਂ, ਕਿੱਥੇ ਜਾਏਗਾ ਬੰਦਾ? ਇੱਥੇ ਹੀ ਮੁੜ ਮੁੜ ਕੇ ਜਨਮ ਲੈਣਾ ਨਾ। ਇਹਨੇ 7ਵੇਂ ਕਾਸ਼ ਤੋਂ ਚਲੇ ਨਹੀਂ ਜਾਣਾ, ਇੱਥੇ ਹੀ ਜਨਮ ਲੈਣਾ। ਕਰ ਲੈ ਜਿਹੋ ਮਰਜ਼ੀ ਕੰਮ, ਤੈਂ ਭੋਗਣੇ ਨੇ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰ ਲੈ ਜਿਹੜੇ ਕਰਨੇ, ਕਰ ਲੈ। ਜਿਹੜਾ ਜ਼ੁਲਮ ਕਰਨਾ ਫਿਰ ਸਹਿਣ ਲਈ ਤਿਆਰ ਹੋ ਜੀ, ਫਿਰ ਸਹਿਣ ਲਈ। ਇਹ ਬੰਦੇ ਨੂੰ ਸਮਝ ਨਹੀਂ ਆਉਂਦੀ ਹੈਗੀ। ਜੇ ਇਤਿਹਾਸ ਪੜ੍ਹਦਾ ਹੈ, ਧਾਰਮਿਕ ਇਤਿਹਾਸ, ਫਿਰ ਉਸ 'ਤੇ ਵਿਸ਼ਵਾਸ ਨਹੀਂ ਕਰਦਾ। ਇੱਕ ਹੈ ਗੋਬਿੰਦਗੜ੍ਹ, ਇੱਕ ਹੈ ਅਹਿਮਦਗੜ੍ਹ। ਸੁਣਿਆ ਹੋਣਾ ਨਾਮ ਤੁਸੀਂ, ਸੰਗਰੂਰ ਜ਼ਿਲ੍ਹੇ 'ਚ ਅਹਿਮਦਗੜ੍ਹ ਹੈ। ਅਹਿਮਦਗੜ੍ਹ ਇੱਕ ਕਾਰਖਾਨਾ ਸੀ, ਭਾਈ ਕਾਰਖਾਨੇਦਾਰ ਸੀ। ਉਹਨੇ ਇੱਕ ਮੁਨੀਮ ਰੱਖਿਆ ਸੀ, ਜਿਹਨੂੰ ਅੱਜ ਕੱਲ੍ਹ ਇੰਗਲਿਸ਼ ਕਹਿੰਦੇ ਅਕਾਊਂਟੈਂਟ, ਜਿਹੜਾ ਹਿਸਾਬ ਕਿਤਾਬ ਕਰਦਾ ਹੈ। ਫਾਰਸੀ 'ਚ ਉਹਨੂੰ ਕਹਿੰਦੇ ਮੁਨੀਮ। ਉਹਨੇ ਅਕਾਊਂਟੈਂਟ ਰੱਖਿਆ, ਮੁਨੀਮ ਰੱਖਿਆ, ਹਿਸਾਬ ਕਿਤਾਬ ਕਰਨ ਲਈ। ਕਿਉਂਕਿ ਹਰ ਕਾਰਖਾਨੇ ਕਿੰਨੇ ਕਰਮਚਾਰੀ, ਕਿੰਨੇ ਖਰਚਾ, ਸਭ ਕੁਛ ਹੁੰਦਾ, ਹਿਸਾਬ ਕਿਤਾਬ ਰੱਖਣਾ। ਚਲੋ, ਕਾਰਖਾਨੇ ਦਾ ਮਾਲਕ ਦੀ ਅਤੇ ਮੁਨੀਮ ਦੇ ਆਪਸ ਵਿੱਚ ਬਹੁਤ ਨਿਭਦੀ ਹੈ। 18 ਸਾਲ ਮੁਨੀਮ ਉਹਦੇ ਕੋਲ ਰਿਹਾ। ਹੌਲੀ ਹੌਲੀ ਉਹ ਬਜ਼ੁਰਗ ਹੋ ਗਿਆ। ਸੇਠ ਜਿਹੜਾ ਸੀ, ਸੇਠ ਹੌਲੀ ਹੌਲੀ ਬਜ਼ੁਰਗ ਹੋ ਗਏ। ਪਰ ਉਹ ਮੁਨੀਮ 'ਤੇ ਬਹੁਤ ਵਿਸ਼ਵਾਸ ਕਰਦਾ ਸੀ। ਬਿਨਾਂ ਪੜ੍ਹੇ ਦੱਸ ਕਰ, ਜਿੱਥੇ ਕਰਨੇ ਉਹਨੇ ਦੱਸ ਕਰ ਦੇਣਾ। ਇਹਨਾਂ ਵਿਸ਼ਵਾਸ ਬਾਜੀ। ਇੱਕ ਦਿਨ ਮੁਨੀਮ ਦੇ ਮਨ 'ਚ ਆਇਆ ਵੀ ਇਹ ਸੇਠ ਦਾ ਕੋਈ ਬਾਲ ਬੱਚਾ ਨਹੀਂ, ਕਿਉਂ ਨਾ ਮੈਂ ਲਿਖਾ ਲਾਂ ਕਿ ਅੱਜ ਵੀ ਮੈਂ ਬਹੁਤ ਬਜ਼ੁਰਗ ਹੋ ਗਿਆ ਹਾਂ, ਮੈਂ ਕਾਰਖਾਨਾ ਨਹੀਂ ਚਲਾ ਸਕਦਾ। ਆ ਜਿਹੜਾ ਮੇਰਾ ਮੁਨੀਮ ਹੈ, ਇਹ ਕੱਲ੍ਹ ਤੋਂ ਕਾਰਖਾਨੇ ਦਾ ਮਾਲਕ ਹੋਵੇਗਾ। ਅਸ਼ਟਾਮ ਤਿਆਰ ਕਰ ਲਿਆ। ਅਸ਼ਟਾਮ ਤਿਆਰ ਕਰ ਲਿਆ। ਹੋਰ ਕਾਗਜ਼ਾਂ ਦੇ ਵਿੱਚ ਉਹ ਵੀ ਰੱਖਤਾ, ਦੱਸ ਕਰਾਉਣ ਲਈ। ਮੇਰੇ ਤਾਂ ਦਸਕਾਰੀ ਦੇਣੇ ਨੇ। ਜਦੋਂ ਅਸ਼ਟਾਮ ਹੈ, ਕਹਿੰਦੇ ਵੀ ਆਹ ਕੀ ਹੈ? ਕਹਿੰਦੇ ਆਪਣੇ ਤੋਂ ਕੋਈ ਮੁਕੱਦਮਾ ਚੱਲ ਰਿਹਾ ਨਾ ਜੀ। ਉਹ ਫਿਰ ਜਵਾਬ ਦੇਣਾ ਕੋਰਟ 'ਚ ਜਾ ਕੇ। ਉਹ ਤਾਂ ਅੱਛਾ ਚਲੋ ਉਹਨੇ ਦਸਤਖਤ ਕਰਦੇ, ਪੜ੍ਹਿਆ ਨਹੀਂ ਹੈ, ਵਿਸ਼ਵਾਸ ਸੀ। ਦਸਤਖਤ ਹੋ ਗਏ। ਘਰ ਕੇ ਕਹਿੰਦਾ ਮੈਂ ਕੱਲ੍ਹ ਤੋਂ ਮਾਲਕ ਹੋ ਗਿਆ। ਘਰ ਵਾਲੀ ਬੜੀ ਖੁਸ਼। ਉਹਨੇ ਨਹੀਂ ਕਿਹਾ ਤੁਸੀਂ ਬਹੁਤ ਮਾੜਾ ਕੀਤਾ ਹੈ ਵੀ ਉਹ ਤੁਹਾਡੇ 'ਤੇ ਇੰਨਾ ਵਿਸ਼ਵਾਸ ਕਰ, ਤੁਸੀਂ ਵਿਸ਼ਵਾਸਘਾਤ ਕਰ ਰਹੇ ਹੋ। ਜੇ ਮੈਂ ਬਾਡੀਗਾਰਡ ਰੱਖਾਂ ਅਤੇ ਬਾਡੀਗਾਰਡ ਹੀ ਮੈਨੂੰ ਮਾਰ ਦੇਣ, ਅਤੇ ਫਿਰ ਕਿੱਡਾ ਵਿਸ਼ਵਾਸਘਾਤ ਹੈ। ਬਾਡੀਗਾਰਡ ਉਹਨਾਂ ਲੋਕਾਂ ਨੂੰ ਰੱਖਿਆ ਜਾਂਦਾ ਜਿਨ੍ਹਾਂ 'ਤੇ ਬਹੁਤ ਵਿਸ਼ਵਾਸ ਹੋਵੇ। ਹਰ ਇੱਕ ਬੰਦੇ ਨੂੰ ਬਾਡੀਗਾਰਡ ਨਹੀਂ ਰੱਖਿਆ ਜਾਂਦਾ। ਆਫੀਸਰ ਵੀ ਕਹਿੰਦੇ ਨੇ ਆਪਣੇ ਵੱਡੇ ਅਫਸਰ ਨੂੰ ਕਿ ਮੈਨੂੰ ਆਹ ਬੰਦੇ ਬਾਡੀਗਾਰਡ ਲਈ ਦਿਓ। ਉਹ ਵੱਡਾ ਅਫਸਰ ਉਹੀ ਦਿੰਦਾ ਜਿਹੜੇ ਉਹ ਚਾਹੁੰਦਾ ਹੁੰਦਾ ਹੈ। ਹੁਣ ਬਾਡੀਗਾਰਡ ਹੀ ਕਿਸੇ ਨੂੰ ਮਾਰ ਦੇਣ ਤਾਂ ਫਿਰ ਵਿਸ਼ਵਾਸਘਾਤ ਹੋ ਗਿਆ ਕਿ ਨਹੀਂ? ਉਹਨੇ ਵਿਸ਼ਵਾਸਘਾਤ ਕੀਤਾ, ਲਿਖਾ ਲਿਆ ਕਿ ਮੈਂ ਆਪਣਾ ਕਾਰਖਾਨਾ ਇਸ ਨੂੰ ਦਿੰਦਾ, ਕੱਲ੍ਹ ਤੋਂ ਇਹ ਕਾਰਖਾਨੇ ਦਾ ਮਾਲਕ ਹੈ।
ਉਹਨੇ ਕੀ ਕੀਤਾ? ਕਦੇ ਲੇਟ ਜਾਣਾ, ਕਦੇ ਨਾ ਜਾਣਾ। ਕੁਝ ਦਿਨਾਂ ਬਾਅਦ ਮਾਲਕ ਕਹਿੰਦਾ ਭਾਈ ਕੀ ਗੱਲ ਹੈ, ਤੂੰ ਕਦੇ ਲੇਟ ਆਉਣਾ, ਕਦੇ ਨਹੀਂ ਆਉਂਦਾ, ਦੱਸਦਾ ਨਹੀਂ ਤੂੰ। ਕਹਿੰਦਾ ਮੇਰੀ ਮਰਜ਼ੀ। ਉਹ ਕਹਿੰਦਾ ਤੇਰੀ ਮਰਜ਼ੀ ਦਾ ਕਿਆ ਮਤਲਬ ਹੈ? ਤੂੰ ਨੌਕਰੀ ਕਰਨੀ ਕਿ ਨਹੀਂ ਕਰਨੀ? ਕਹਿੰਦਾ ਤੂੰ ਕੌਣ ਹੈ ਮੈਨੂੰ ਨੌਕਰੀ ਤੋਂ ਕੱਢਣ ਵਾਲਾ? ਉਹ ਸੇਠ ਹੈਰਾਨ ਹੋ ਗਿਆ, ਕਮਾਲ ਹੈ, ਇਹਨੂੰ ਕੀ ਹੋ ਗਿਆ? ਉਹ ਕਹਿੰਦਾ ਤੈਨੂੰ ਕੀ ਹੋ ਗਿਆ, ਤੂੰ ਅੱਗੇ ਬੋਲਦਾ ਹੈ? ਕਹਿੰਦਾ ਮੈਂ ਤਾਂ ਹੀ ਬੋਲੂੰ। ਕਹਿੰਦਾ ਤੈਨੂੰ ਪਤਾ ਮੈਂ ਤੈਨੂੰ ਨੌਕਰੀ ਕੱਢ ਸਕਦਾ? ਕਿ ਤੂੰ ਕੌਣ ਹੈ ਮੈਨੂੰ ਨੌਕਰੀ ਤੋਂ ਕੱਢਣ ਵਾਲਾ? ਉਹ ਤਾਂ ਜੀ ਕੁਦਰਤੀ ਉੱਥੇ ਕੋਈ ਵੀ ਨਹੀਂ ਸੀ। ਜਦੋਂ ਦਫ਼ਤਰ 'ਚ ਤੂੰ ਮੈਂ ਹੋ ਰਹੇ ਨੇ, ਹੋਰ ਕੋਈ ਕਰਮਚਾਰੀ ਨਹੀਂ ਸੀ। ਉਹਨੇ ਉਹ ਕਾਗਜ਼ ਵਿਖਾਤਾ, ਆਹ ਦੇਖੋ। ਕਹਿੰਦਾ ਜੋ ਸੇਠ ਨੇ ਪੜ੍ਹਿਆ ਵੀ ਹਾਂ ਇਹ ਤਾਂ ਮੇਰੇ ਦਸਖਤ ਨੇ, ਵੀ ਇਹ ਤਾਂ ਮਾਲਕ ਹੋ ਗਿਆ ਹੈ। ਉਹਨੂੰ ਐਸਾ ਹੋਇਆ, ਇੰਨਾ ਸਦਮਾ ਪਹੁੰਚਿਆ, ਉਹਦਾ ਹਾਰਟ ਅਟੈਕ ਹੋ ਗਿਆ, ਸੇਠ ਉੱਥੇ ਮਰ ਗਿਆ। ਕਿਸੇ ਨੂੰ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਈ। ਚਲੋ ਜੀ ਰੌਲਾ ਪੈ ਗਿਆ, ਸੇਠ ਮਰ ਗਿਆ ਹੈ। ਚਲੋ ਹੋਰ ਕੋਈ ਹੈ ਨਹੀਂ ਸੀ, ਸੇਠ ਦਾ ਸੰਸਕਾਰ ਕਰਤਾ। ਉਹਨੇ ਦਿਖਾਇਆ ਕਿ ਭਾਈ ਦੇਖੋ ਸੇਠ ਜੀ ਮੈਨੂੰ ਲਿਖ ਕੇ ਦੇ ਗਏ ਸਨ, ਇਸ ਲਈ ਮੈਂ ਮਾਲਕ ਹੋ ਗਿਆ। ਉਹਨੇ ਕਿਹਾ ਠੀਕ ਹੈ ਜੀ। ਉਹਨੂੰ ਮਾਲਕ ਮੰਨ ਲਿਆ ਕਰਮਚਾਰੀਆਂ ਨੇ। ਹੁਣ ਤਾਂ ਨੌਕਰੀ ਕਰਨੀ ਸੀ, ਵੀ ਠੀਕ ਹੈ ਲਿਖ ਕੇ ਦੇ ਗਿਆ ਹੈ, ਮਾਲਕ ਹੋ ਗਏ। ਘਰ ਜਾ ਕੇ ਕਹਿੰਦਾ ਹੁਣ ਤਾਂ ਪੱਤਾ ਹੀ ਘਟਦਾ ਆਪਾਂ ਨੇ, ਮਰ ਗਿਆ ਸੇਠ, ਹੁਣ ਆਪਾਂ ਮਾਲਕ ਹੋ ਗਏ। ਘਰ ਵਾਲੀ ਬੜੀ ਖੁਸ਼ ਹੈ। 1 ਸਾਲ ਬਾਅਦ 18 ਸਾਲ ਵਿਆਹ ਨੂੰ ਹੋ ਗਏ, ਉਹਨਾਂ ਦੇ ਕੋਈ ਬੱਚਾ ਨਹੀਂ ਸੀ ਹੋਇਆ। ਇਸ ਘਟਨਾ ਤੋਂ 1 ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ। ਬੜੇ ਖੁਸ਼ ਨੇ, ਹਰਾਮ ਦੀ ਕਮਾਈ ਕਿੰਨੀ ਫਲਦੀ ਹੈ। ਕਹਿ ਜਿਹਨੇ 10 ਨੌਂ ਦੀ ਕਿਰਤ ਕੀਤੀ, ਸਾਨੂੰ ਕੋਈ ਬੱਚੇ ਹੀ ਨਹੀਂ ਹੋਇਆ। ਹੁਣ ਹਰਾਮ ਦੀ ਕਮਾਈ ਨਾ ਸਾਡੇ ਕੋਲ, ਦੇਖੋ ਰੰਗ ਲੱਗ ਗਏ ਨੇ, ਪਰਮਾਤਮਾ ਪੁੱਤਰ ਦੇਤਾ ਹੈ, ਬੜੇ ਖੁਸ਼ ਨੇ। 9 ਸਾਲ ਦਾ ਪੁੱਤਰ ਹੋ ਗਿਆ, ਉਹ ਬਿਮਾਰ ਹੋ ਗਿਆ। ਪਹਿਲਾਂ ਤਾਂ ਸਮਝ ਹੀ ਨਹੀਂ ਕਿਸੇ ਨੂੰ ਆ ਰਹੀ ਉਹਨੂੰ ਬਿਮਾਰੀ ਕੀ ਹੈ। ਬਿਮਾਰ ਹੋ ਗਏ। ਵੱਡੇ ਵੱਡੇ ਕਿਉਂ ਅਮੀਰ ਸੀ, ਕਾਰਖਾਨੇ ਦਾ ਮਾਲਕ ਸੀ। ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ 'ਚ ਡਾਕਟਰਾਂ ਕੋਲ ਲੈ ਗਿਆ ਹੈ, ਸਭ ਨੇ ਜਵਾਬ ਦਿੱਤਾ ਹੈ। ਅਖੀਰ 'ਤੇ ਇੰਗਲੈਂਡ ਲੈ ਗਿਆ, ਉੱਥੇ ਵੀ ਇਲਾਜ ਕਰਾਇਆ, ਉੱਥੇ ਵੀ ਡਾਕਟਰਾਂ ਨੇ ਜਵਾਬ ਦਿੱਤਾ ਵੀ ਇਹ ਠੀਕ ਨਹੀਂ ਹੋ ਸਕਦਾ। 4 ਸਾਲ ਇਲਾਜ ਕਰਾਉਂਦਾ ਰਿਹਾ। ਹੁਣ ਤੁਹਾਨੂੰ ਪਤਾ ਬਾਹਰਲੇ ਦੇਸ਼ਾਂ 'ਚ ਜਿਹੜਾ ਹੈ ਕਿੰਨਾ ਖਰਚਾ ਹੁੰਦਾ, ਡਾਲਰਾਂ ਪਾਉਂਡਾਂ 'ਚ ਦੇਣਾ ਪੈਂਦਾ ਹੈ। ਕਾਰਖਾਨਾ ਵਿਕ ਗਿਆ ਹੈ, ਮੁੰਡੇ ਦੇ ਇਲਾਜ ਕਰਨ ਕਾਰਖਾਨੇ ਵਿਕ ਗਿਆ। ਫਿਰ ਕਿਤੇ ਜਾ ਕੇ ਮੁਨੀਮ ਲੱਗ ਗਿਆ ਆਪ, ਪਹਿਲਾਂ ਵੀ ਮੁਨੀਮ ਸੀ, ਕਿਉਂਕਿ ਖਰਚਾ ਇੰਨਾ ਬੱਚੇ 'ਤੇ ਹੋ ਗਿਆ ਹੈ, ਕਿਉਂਕਿ ਪੁੱਤਰ ਲਈ ਬੰਦਾ ਸਭ ਕੁਛ ਕਰਨ ਲਈ ਤਿਆਰ ਹੋ ਜਾਂਦਾ। ਕਾਰਖਾਨਾ ਵਿਕ ਗਿਆ ਹੈ, ਆਪ ਕਿਸੇ ਹੋਰ ਕਾਰਖਾਨੇ 'ਚ ਮੁਨੀਮ ਲੱਗ ਗਿਆ। ਜਦੋਂ ਪਹਿਲੇ ਦਿਨ ਮੁਨੀਮ ਲੱਗ ਕੇ ਘਰ ਆਇਆ ਨਾ, ਬੱਚਾ ਹੱਸ ਪਿਆ, ਕਹਿੰਦਾ ਸ਼ੁਕਰ ਹੈ। ਘਰ ਵਾਲੇ ਸੱਦਿਆ, ਕਹਿੰਦੇ ਅੱਜ ਸਾਡਾ ਬੱਚਾ ਹੱਸਿਆ ਹੈ। 4 ਸਾਲ ਇਹਨੂੰ ਗੁੰਮ ਸੁੰਮ ਸੀ, ਅੱਜ ਹੱਸਿਆ। ਬੱਚਾ ਕਹਿੰਦਾ ਪਿਤਾ ਜੀ ਮੇਰੇ ਮੰਜੇ 'ਤੇ ਬਹਿ ਜਾਓ। ਬਹੁਤ ਖੁਸ਼ ਹੋਇਆ, ਬੱਚਾ ਬੋਲਿਆ 4 ਸਾਲਾਂ ਬਾਅਦ, ਬੜਾ ਖੁਸ਼। ਕਹਿੰਦੇ ਪਿਤਾ ਜੀ ਜੋ ਮੈਂ ਪੁੱਛਾਂਗਾ ਸੱਚੋ ਸੱਚ ਦੱਸਣਾ। ਕਹਿੰਦਾ ਹਾਂ ਪੁੱਤਰ ਪੁੱਛ ਸੱਚ। ਕਹਿੰਦੇ ਤੁਸੀਂ ਫਲਾਣੇ ਕਾਰਖਾਨੇ ਦੇ ਵਿੱਚ ਮੁਨੀਮ ਸੀ? ਕਹਿੰਦਾ ਹਾਂ। ਤੁਹਾਡਾ ਮਾਲਕ ਤੁਹਾਡੇ 'ਤੇ ਬਹੁਤ ਵਿਸ਼ਵਾਸ ਕਰਦਾ ਸੀ? ਕਹਿੰਦਾ ਹਾਂ। ਕਹਿੰਦੇ ਤੈਨੂੰ ਕਿਵੇਂ ਪਤਾ ਹੈ? ਹੁਣ ਤੂੰ ਸੋਚਿਆ ਵੀ ਇਹ ਤਾਂ ਮਰਨ ਤੋਂ ਬਾਅਦ, ਮਾਲਕ ਦੇ ਮਰਨ ਤੋਂ ਬਾਅਦ ਪੈਦਾ ਹੋਇਆ, ਇਹਨੂੰ ਕਿਵੇਂ ਪਤਾ ਹੈ? ਕਿ ਤੈਨੂੰ ਕਿਵੇਂ ਪਤਾ ਹੈ? ਕਹਿੰਦੇ ਨਹੀਂ, ਮੈਂ ਜੋ ਪੁੱਛਦਾ ਸਿਰਫ ਉਹਦਾ ਜਵਾਬ ਦੇਣਾ। ਤੁਸੀਂ ਫਲਾਣੇ ਕਾਰਖਾਨੇ ਮੁਨੀਮ ਸੀ? ਕਹਿੰਦਾ ਹਾਂ। ਕਹਿੰਦਾ ਤੁਹਾਡਾ ਮਾਲਕ ਤੁਹਾਡੇ 'ਤੇ ਬਹੁਤ ਵਿਸ਼ਵਾਸ ਕਰਦਾ ਸੀ? ਕਹਿੰਦਾ ਹਾਂ। ਤੁਸੀਂ 18 ਸਾਲ ਮੁਨੀਮ ਰਹੇ? ਉਹ ਕਹਿੰਦੇ ਤੈਨੂੰ ਕਿਹਨੇ ਦੱਸਿਆ? ਕਹਿੰਦੇ ਨਹੀਂ, ਤੁਸੀਂ ਵਿੱਚ ਬੋਲੋ ਨਾ, ਮੈਂ ਜੋ ਪੁੱਛਦਾ ਉਹ ਦੱਸੋ। ਕਹਿੰਦਾ ਹਾਂ ਮੈਂ 18 ਸਾਲ ਮੁਨੀਮ ਰਿਹਾ। ਕਹਿੰਦੇ ਫਿਰ ਤੁਸੀਂ ਮਾਲਕ ਨਾਲ ਧੋਖਾ ਕੀਤਾ।
ਅਸ਼ਟਾਮ ਤੇ ਉਸਦੇ ਦਸਖਤ ਕਰਾ ਲਏ। ਉਹ ਹੱਕਾ ਬੱਕਾ ਰਹਿ ਗਿਆ ਵੀ ਮੇਰੇ ਤੋਂ ਬਿਨਾਂ ਇਸ ਗੱਲ ਦਾ ਕਿਸੇ ਨੂੰ ਪਤਾ ਹੀ ਨਹੀਂ, ਇਹਨੂੰ ਕਿਵੇਂ ਪਤਾ ਹੈ? ਕਹਿੰਦੇ ਉਹਨੇ ਦਸਤਖਤ ਕਰਤੇ। ਫਿਰ ਤੁਸੀਂ ਕਦੇ ਦਫ਼ਤਰ ਜਾਂਦੇ ਸੀ, ਕਦੇ ਨਹੀਂ ਸੀ ਜਾਂਦੇ। ਤੁਹਾਡਾ ਮਾਲਕ ਤੁਹਾਡੇ ਨਾਲ ਨਾਰਾਜ਼ ਸੀ ਕਿ ਤੂੰ ਭਾਈ ਕਦੇ ਆਉਣਾ ਹੈ, ਕਦੇ ਨਹੀਂ ਆਉਂਦਾ, ਅਤੇ ਤੁਸੀਂ ਕਹਿੰਦੇ ਮੇਰੀ ਮਰਜ਼ੀ ਹੈ। ਫਿਰ ਇੱਕ ਦਿਨ ਤੁਸੀਂ ਤੂੰ ਮੈਂ ਹੋ ਗਏ, ਤੂੰ ਮੈਂ ਹੋ ਗਏ। ਫਿਰ ਉਹ ਸੇਠ ਜਿਹੜਾ ਹੈ ਉਹ ਹਾਰਟ ਅਟੈਕ ਨਾਲ ਮਰ ਗਏ। ਬਾਪ ਹੈਰਾਨ ਹੈ, ਉਹਨੂੰ ਸਮਝ ਨਹੀਂ ਆ ਰਹੀ ਕਿ ਇਸ ਬੱਚੇ ਨੂੰ ਕਿਵੇਂ ਪਤਾ ਹੈ, ਕੋਈ ਦੱਸਣ ਵਾਲਾ ਵੀ ਨਹੀਂ ਹੈ। ਕਹਿੰਦੇ ਮਰ ਗਿਆ। ਫਿਰ ਤੁਸੀਂ ਮਾਲਕ ਹੋ ਗਏ, ਮਾਲਕ ਹੋ ਗਏ ਨਾ? ਕਿ ਹਾਂ। ਕਹਿੰਦੇ ਮੇਰੀ ਮਾਂ ਵੀ ਬੜੀ ਖੁਸ਼ ਹੋਈ, ਇਹਨੇ ਤੁਹਾਨੂੰ ਇਹ ਨਹੀਂ ਕਿਹਾ ਤੁਸੀਂ ਮਾੜਾ ਕੀਤਾ, ਮਾਂ ਵੀ ਬੜੀ ਖੁਸ਼ ਹੋਈ। ਫਿਰ ਮੈਂ ਤੁਹਾਡੇ ਘਰ ਪੈਦਾ ਹੋ ਗਿਆ। ਤੁਸੀਂ ਕਿਹਾ ਕਿਉਂ? ਹਰਾਮ ਦੀ ਕਮਾਈ ਕਿਵੇਂ ਫਲਦੀ ਹੈ, ਕਿਵੇਂ ਫਲਦੀ ਹੈ? ਕਹਿੰਦੇ ਫਿਰ ਮੈਂ ਬਿਮਾਰ ਰਹਿਣ ਲੱਗ ਪਿਆ, ਸਾਰਾ ਪੈਸਾ ਜਿੰਨਾ ਤੁਸੀਂ ਕਮਾਇਆ ਸੋ ਵੀ ਲੱਗ ਗਿਆ, ਤੁਹਾਡਾ ਕਾਰਖਾਨਾ ਵੀ ਵਿਕ ਗਿਆ ਨਾ, ਮੇਰੀ ਬਿਮਾਰੀ 'ਤੇ ਲੱਗ ਗਿਆ ਸਾਰਾ। ਤੁਸੀਂ ਮੁੜ ਕੇ ਮੁਨੀਮ ਲੱਗ ਗਏ ਨਾ। ਕਹਿੰਦੇ ਪਿਤਾ ਜੀ ਪਤਾ ਕੌਣ ਹਾਂ ਮੈਂ? ਕਹਿੰਦੇ ਮੈਂ ਉਹੀ ਸੇਠ ਹਾਂ ਜਿਹਦੇ ਕਾਰਖਾਨੇ ਤੁਸੀਂ ਕੰਮ ਕਰਦੇ ਸੀ, ਮੈਂ ਉਹੀ ਸੇਠ ਹਾਂ। ਕਹਿੰਦੇ ਤੇਰਾ ਮੇਰਾ ਹਿਸਾਬ ਹੋ ਗਿਆ। ਬੱਚਾ ਬੋਲਦਾ ਪਿਤਾ ਜੀ ਤੇਰਾ ਮੇਰਾ ਹਿਸਾਬ ਹੋ ਗਿਆ, ਹੁਣ ਮੈਂ ਚੱਲਿਆ, ਅਤੇ ਬੱਚੇ ਦੀ ਡੈਥ ਹੋ ਗਈ, ਡੈਥ ਹੋ ਗਈ। ਉਸ ਬੰਦੇ ਨੂੰ ਇਤਨਾ ਸਦਮਾ ਪਹੁੰਚਿਆ, ਸੰਸਕਾਰ ਕਰਕੇ ਉਹ ਰਾਤ ਨੂੰ ਉਹਨੇ ਪੁੱਠਾ ਤਵਾ ਜਿਹੜਾ ਹੇਠੋਂ ਕਾਲਾ ਹੁੰਦਾ ਨਾ, ਉਹ ਤਵਾ ਦੀ ਜਿਹੜੀ ਕਾਲਖ ਸੀ ਆਪਣੇ ਮੂੰਹ 'ਤੇ ਮਲ ਲਈ ਅਤੇ ਘਰੋਂ ਚਲਿਆ ਗਿਆ। ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ 'ਚ ਰਹਿਣ ਲੱਗ ਪਿਆ ਹੈ, ਜਾ ਕੇ ਉੱਥੇ ਰਹਿਣ ਲੱਗ। ਇੱਕੋ ਹੀ ਗੱਲ ਕਹਿੰਦਾ, ਰੋਜ਼ ਮੂੰਹ ਕਾਲਾ ਕਰ ਲੈਂਦਾ ਹੈ, ਫਿਰਦਾ ਰਹਿੰਦਾ ਹੈ, ਅਤੇ ਕਹਿੰਦਾ ਜੈਸੇ ਕੋ ਤੈਸਾ, ਜੈਸੇ ਕੋ ਤੈਸਾ, ਜੈਸੇ ਕੋ ਤੈਸਾ, ਇਹ ਕਰਦਾ। ਲੋਕ ਸਮਝਦੇ ਪਿੱਛੇ ਗੁਰਮੰਤਰ ਦਾ ਜਾਪ ਕਰਦਾ ਰਹਿੰਦਾ। ਇੱਕ ਵਾਰੀ ਆਪਣਾ ਜਿਹੜਾ ਸੀ ਇੱਕ ਪੰਜਾਬ ਦਾ ਆਫੀਸਰ, ਐਡਵੋਕੇਟ ਜਨਰਲ, ਜਿਹੜਾ ਸਾਰੇ ਵਕੀਲਾਂ 'ਚ ਵੱਡਾ ਹੁੰਦਾ, ਸਰਕਾਰੀ ਵਕੀਲ, ਐਡਵੋਕੇਟ ਜਨਰਲ ਸੀ, ਹਰਬੰਸ ਸਿੰਘ। ਉਹਨੂੰ ਸ਼ੌਕ ਸੀ ਸੰਤਾਂ ਮਹਾਤਮਾ ਦੀਆਂ ਦੇ ਬਾਰੇ ਕਿਤਾਬਾਂ ਲਿਖਣ ਦਾ। ਉਹਨੂੰ ਕਿਸੇ ਨੇ ਦੱਸਿਆ ਇੱਕ ਕਾਲੇ ਮੂੰਹ ਵਾਲਾ ਸੰਤ ਉੱਥੇ ਰਹਿੰਦਾ ਹਿਮਾਚਲ ਦੀ ਪਹਾੜੀਆਂ 'ਚ, ਉਹ ਉੱਥੇ ਚਲਾ ਗਿਆ ਹੈ। ਉਹਨੇ ਦੇਖਿਆ ਕੋਈ ਬੰਦਾ ਸੂਟਡ ਬੂਟਡ ਮੈਨੂੰ ਮਿਲਣਾ, ਉਹਨੇ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੇ ਸੰਤ ਨੇ। ਕਹਿੰਦਾ ਦੌੜ ਜਿੱਥੇ ਕੀ ਲੈਣਾ ਹੈ? ਉਹ ਕਹਿੰਦਾ ਨਹੀਂ ਮੇਰੀ ਗੱਲ ਸੁਣੋ, ਮੈਂ ਫਲਾਣਾ ਹਾਂ ਅਤੇ ਮੈਂ ਤੁਹਾਡੇ ਜੀਵਨ ਬਾਰੇ ਪਤਾ ਕਰਨਾ। ਕਹਿੰਦਾ ਆ ਜਾ ਫਿਰ ਬਹਿ ਜਾ। ਅਤੇ ਫਿਰ ਉਹਨੇ ਸਾਰੀ ਇਹ ਕਹਾਣੀ ਸੁਣਾਈ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ। ਅਤੇ ਫਿਰ ਸਰਦਾਰ ਹਰਬੰਸ ਸਿੰਘ ਨੇ ਉਸ ਨੂੰ ਲਿਖਤ ਵਿੱਚ ਲਿਆਂਦਾ। ਇਹ ਕਰਮ ਨੇ ਉਹਨੇ ਇਸੇ ਜਨਮ 'ਚ ਹੀ ਕੀਤੇ ਅਤੇ ਇਸੇ 'ਚ ਹੀ ਭੋਗ ਲਏ। ਕਈ ਵਾਰੀ ਤਾਂ ਇਸੇ ਜਨਮ 'ਚ ਮਨੁੱਖ ਕਰਮ ਕਰਦਾ, ਇਸੇ 'ਚ ਹੀ ਭੋਗਦਾ, ਅਤੇ ਕਈ ਵਾਰੀ ਪਿੱਛੇ ਕੀਤੇ ਹੁੰਦੇ ਅਤੇ ਹੁਣ ਭੋਗਦਾ ਹੈ। ਅਤੇ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਕਿਉਂ ਗਿਆ ਹੈ। ਆਪਣੇ ਹੀ ਕਰਮ ਨੇ, ਕੁਛ ਨਹੀਂ ਹੋਇਆ। ਸੌ ਵੇ ਜੀਆ ਆਪਣਾ ਕੀਆ, ਇਹ ਜੀਵ ਜੋ ਤੂੰ ਕੀਤਾ ਸੀ ਹੁਣ ਉਹਨੂੰ ਸਹਿਣ ਕਰ ਲੈ। ਇਹ ਦੁੱਖ ਸੁੱਖ ਜਿਹੜੇ ਆਉਂਦੇ ਨਾ, ਇਹ ਸਾਡੇ ਆਪਣੇ ਕਰਮਾਂ ਕਾਰਨ ਹਨ। ਅਮੀਰੀ ਗਰੀਬੀ ਸਾਡੇ ਆਪਣੇ ਕਰਮਾਂ ਕਾਰਨ ਹੈ, ਖੁਸ਼ੀ ਗਮੀ ਸਾਡੇ ਆਪਣੇ ਹੀ ਕਰਮਾਂ ਕਾਰਨ ਹੈ। ਬਾਕੀ ਤੁਹਾਡੀ ਮਰਜ਼ੀ, ਕਰਮ ਸੁਧਾਰ ਲਓ ਅਜੇ ਵੀ। ਅੱਛਾ ਨਹੀਂ ਕਹਿੰਦੇ ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਬੇਰ ਡੁੱਲ ਜਾਣ, ਉਹ ਇਕੱਠੇ ਕੀਤੇ ਜਾ ਸਕਦੇ ਨੇ, ਧੋ ਕੇ ਖਾਧੇ ਜਾ ਸਕਦੇ ਨੇ, ਪਰ ਜੇ ਉਹਦੇ ਉੱਤੋਂ ਦੀ ਕੋਈ ਟਰੱਕ ਲੰਘ ਗਿਆ, ਕੋਈ ਮੋਟਰਸਾਈਕਲ ਲੰਘ ਗਿਆ, ਕੋਈ ਕਾਰ ਲੰਘ ਗਿਆ, ਫਿਸ ਜਾਣੇ ਨੇ, ਫਿਰ ਉਹ ਕਿਸੇ ਕੰਮ ਦੇ ਨਹੀਂ ਰਹਿਣੇ। ਸੋ ਅਜੇ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਸਾਡਾ ਫਰਜ਼ ਬਣਦਾ ਅਸੀਂ ਆਪਣੇ ਆਪ ਨੂੰ ਸੁਧਾਰ ਲਈਏ। ਜਿਹੜੀ ਕੋਈ ਬੁਰਾਈ ਹੈ ਸਾਡੇ ਵਿੱਚ, ਉਸ ਨੂੰ ਅਸੀਂ ਛੱਡ ਦਈਏ ਪੱਕੇ ਤੌਰ 'ਤੇ, ਅਤੇ ਤੋਬਾ ਕਰ ਲਈਏ। ਬੁਰਾਈਆਂ ਛੱਡ ਕੇ ਫਿਰ ਬਾਣੀ ਪੜ੍ਹੀਏ, ਨਾਮ ਜਪੀਏ। ਬਸ ਅੱਜ ਕੁਝ, ਕੱਲ੍ਹ ਕੁਝ, ਪਰਸੋਂ ਕੁਝ, ਇਸ ਤਰ੍ਹਾਂ ਹੌਲੀ ਹੌਲੀ ਸਾਡੀ ਕਿਸਮਤ ਬਦਲਦੀ ਜਾਏਗੀ, ਬਦਲਦੀ ਜਾਏਗੀ, ਬਦਲਦੀ ਜਾਏਗੀ। ਅਸੀਂ ਬੈਡ ਲੱਕ ਤੋਂ ਗੁੱਡ ਲੱਕ ਵਾਲੇ ਹੋ ਜਾਵਾਂਗੇ। ਸੋ ਗੁਰੂ ਮਹਾਰਾਜ ਕਹਿੰਦੇ
हे परमात्मा कि ਸਰਬਲ ਗਵਨ ਹੈ, ਤੂੰ ਸਾਰੀਆਂ ਥਾਵਾਂ 'ਤੇ ਜਾ ਸਕਦਾ ਹੈ। ਹਮੇਸ਼ਲ ਰਵਨ ਹੈ, ਤੂੰ ਹਮੇਸ਼ਾ ਭੋਗ ਭੋਗਣ ਵਾਲਾ ਹੈ। ਉਹ ਕਰਮ ਨਹੀਂ ਕਰਦਾ। ਜੇ ਅਸੀਂ ਭੋਗ ਭੋਗਦੇ ਨਾ, ਖਾਣੇ ਪੀਣੇ, ਉਹ ਸਾਡੇ ਵਿੱਚ ਹੀ ਬੈਠਾ ਖਾ ਪੀ ਰਿਹਾ ਹੁੰਦਾ, ਭੋਗ ਭੋਗ ਰਿਹਾ ਹੈ। ਤਮਾਮੁਲ ਤਮੀਜ਼ ਹੈ, ਤਮੀਜ਼ ਹੁੰਦਾ ਚੱਜ ਆਚਾਰ। ਹਾਲਾਂਕਿ ਤੈਨੂੰ ਬੋਲਣ ਦੀ ਤਮੀਜ਼ ਨਹੀਂ, ਤਮੀਜ਼ ਫਾਰਸੀ ਦਾ ਸ਼ਬਦ ਹੈ। ਚੱਜ ਜਿਹਨੂੰ ਕਹੇ, ਹਾਲਾਂਕਿ ਤੈਨੂੰ ਬੋਲਣ ਦਾ ਚੱਜ ਨਹੀਂ। ਕਈ ਵਾਰ ਬੋਲਣ ਦਾ ਚੱਜ ਨਹੀਂ ਹੁੰਦਾ, ਵੱਡੇ ਕਿ ਕਿਵੇਂ ਬੋਲਣਾ, ਅਵਾ ਤਬ ਬੋਲੀ ਜਾਂਦੇ। ਕਈ ਵਾਰ ਅਸੀਂ ਵੱਡਿਆਂ ਦੇ ਕੇ ਅਵਾ ਤਬ ਬੋਲੀ ਜਾਂਦੇ। ਹਾਲਾਂਕਿ ਤੈਨੂੰ ਬੋਲਣ ਦੀ ਤਮੀਜ਼ ਨਹੀਂ, ਤੈਨੂੰ ਬੋਲਣ ਦਾ ਚੱਜ ਨਹੀਂ ਹੈ। ਪਰਮਾਤਮਾ ਤਮਾਮੁਲ ਸਾਰੇ, ਤਮਾਮ ਸਾਰੇ ਨੂੰ ਕਹਿੰਦੇ, ਤਮਾਮੁਲ ਤਮੀਜ਼ ਹੈ, ਤੂੰ ਸਾਰੇ ਚੱਜ ਆਚਾਰ ਜਾਣਨ ਵਾਲਾ ਹੈ। ਤੈਨੂੰ ਸਾਰੇ ਚੱਜ ਆਚਾਰ ਆਉਂਦੇ ਨੇ। ਜਦ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ, ਸਾਨੂੰ ਵੀ ਜ਼ਿੰਦਗੀ ਦਾ ਚੱਜ ਆਚਾਰ ਆ ਜਾਏਗਾ। ਜ਼ਿੰਦਗੀ ਜਿਉਣੀ ਕਿਵੇਂ, ਜ਼ਿੰਦਗੀ ਜਿਉਣੀ ਕਿਵੇਂ, ਚੱਜ ਆਚਾਰ ਆ ਜਾਏਗਾ। ਨਹੀਂ ਤਾਂ ਹੁਣ ਤਾਂ ਸਾਨੂੰ ਸਮਝਾਉਣਾ ਪੈਂਦਾ ਬੱਚਿਆਂ ਨੂੰ ਕਿ ਭਾਈ ਵੱਡਿਆਂ ਨਾਲ ਸਤਿਕਾਰ ਨਾਲ ਬੋਲੀਦਾ ਹੁੰਦਾ, ਜੀ ਕਰਕੇ ਬੁਲਾਈਦਾ ਹੈ, ਉਹਨੂੰ ਆਬਾ ਤਬਾ ਨਹੀਂ ਬੋਲੀਦਾ। ਗੁਰਬਾਣੀ 'ਚ ਲਿਖਿਆ ਹੋਇਆ ਵੀ ਹੇ ਇਨਸਾਨ, ਜਿਨ੍ਹਾਂ ਨੇ ਤੁਹਾਨੂੰ ਪੈਦਾ ਕਰਕੇ ਐਡੇ ਵੱਡੇ ਕੀਤਾ ਹੈ, ਤੁਹਾਨੂੰ ਇੰਨੇ ਸਾਲ ਪਾਲਿਆ ਪੋਸ਼ਿਆ ਹੈ, ਤੁਹਾਨੂੰ ਪੜ੍ਹਾਇਆ ਹੈ, ਤੁਹਾਨੂੰ ਵਿਆਹਿਆ ਹੈ, ਉਹਨਾਂ ਦੇ ਨਾਲ ਲੜਨਾ, ਉਹਨਾਂ ਨਾਲ ਝਗੜਨਾ ਠੀਕ ਨਹੀਂ ਹੈ। ਸੋ ਵੱਡਿਆਂ ਦੇ ਨਾਲ ਝਗੜੇ ਨਹੀਂ ਕਰੀਦੇ ਹੁੰਦੇ। ਜੇ ਉਹ ਕਈ ਵਾਰੀ ਆਪਾਂ ਨੂੰ ਪਤਾ ਹੁੰਦਾ ਹੈ ਉਹਨਾਂ ਨੇ ਸਾਨੂੰ ਗਲਤ ਝਿੜਕ ਦਿੱਤਾ ਹੈ, ਤਾਂ ਵੀ ਚੁੱਪ ਰਹਿਣਾ ਹੁੰਦਾ ਕਿ ਸਮਾਂ ਪਾ ਕੇ ਆਪੇ ਉਹਨਾਂ ਨੂੰ ਗਲਤੀ ਦਾ ਪਤਾ ਲੱਗ ਜਾਏਗਾ। ਇਸ ਲਈ ਤਮੀਜ਼ ਸਿੱਖਣੀ ਪੈਂਦੀ ਹੈ, ਤਮੀਜ਼ ਬੱਚਿਆਂ ਨੂੰ ਸਿਖਾਉਣੀ ਪੈਂਦੀ ਹੈ। ਪਰ ਸਿਖਾਏਗਾ ਤਾਂ ਉਹ ਜਿਹਨੂੰ ਆਪ ਤਮੀਜ਼ ਹੈ। ਜਿਹੜਾ ਆਪ ਹੀ ਨਸ਼ਈ ਹੈ, ਉਹ ਆਪਣੇ ਬੱਚੇ ਨੂੰ ਕੀ ਤਮੀਜ਼ ਸਿਖਾਏਗਾ, ਕੀ ਤਮੀਜ਼ ਦੇਵੇਗਾ ਵੀ ਕਿਵੇਂ ਜੀਵਨ ਜਿਉਣਾ। ਹੁਣ ਤਾਂ ਆਪ ਹੀ ਨਹੀਂ ਪਤਾ, ਉਹ ਤਾਂ ਆਪ ਹੀ ਕੁਚੱਜਾ। ਕੁਚੱਜਾ ਬੰਦਾ ਕਿਸੇ ਨੂੰ ਕੀ ਚੱਜ ਸਿਖਾਏਗਾ। ਸੋ ਪਰਮਾਤਮਾ ਕੋਲ ਸਾਰੇ ਚੱਜ ਆਚਾਰ ਨੇ, ਤਮਾਮੁਲ ਤਮੀਜ਼ ਹੈ। ਤਮੀਜ਼ ਦਾ ਦੂਜਾ ਅਰਥ ਹੈ ਤੂੰ ਸਭ ਨੂੰ ਜਾਣਦਾ ਹੈ, ਤੈਨੂੰ ਸਾਰਿਆਂ ਦੀ ਪਹਿਚਾਣ ਹੈ, ਕੌਣ ਚੰਗਾ ਹੈ, ਕੌਣ ਮੰਦਾ ਹੈ। ਦੂਜਾ ਇਹ ਵੀ ਅਰਥ ਹੈ ਪਹਿਚਾਣ, ਤੈਨੂੰ ਸਾਰਿਆਂ ਦੀ ਪਹਿਚਾਣ ਹੈ। ਜਾਂ ਤੈਨੂੰ ਸਾਰੀਆਂ ਤਮੀਜ਼ਾਂ, ਸਾਰੇ ਚੱਜ ਆਚਾਰ ਆਉਂਦੇ ਹਨ। ਸਮਸਤੁਲ ਅਜ਼ੀਜ਼ ਹੈ, ਅਜ਼ੀਜ਼ ਹੁੰਦਾ ਪਿਆਰਾ, ਸਮਸਤੁਲ ਸਾਰਿਆਂ ਦਾ, ਤੂੰ ਸਾਰਿਆਂ ਦਾ ਪਿਆਰਾ ਹੈ, ਸਾਰੇ ਤੈਨੂੰ ਪਿਆਰ ਕਰਦੇ ਹਨ। ਪਿਆਰਾ ਛੋਟੇ ਨੂੰ ਵੀ ਕਹਿੰਦੇ ਨੇ ਅਜ਼ੀਜ਼, ਪਿਆਰੇ ਅਜ਼ੀਜ਼ੋ, ਛੋਟੇ ਨੂੰ ਸਤਿਕਾਰ ਵਜੋਂ ਕਹਿੰਦੇ ਅਜ਼ੀਜ਼। ਇੱਥੇ ਅਜ਼ੀਜ਼ ਤੋਂ ਮਤਲਬ ਪਿਆਰਾ, ਸਭ ਦਾ ਪਿਆਰਾ ਹੈ। ਪਰਮ ਪਰਮ ਈਸ ਹੈ। ਇਹ ਪੱਪਾ ਰਾਰੇ ਤੇ ਟਿੱਪੀ ਹੈ, ਇਹਨੂੰ ਪ੍ਰੰਗ ਨਹੀਂ ਪੜ੍ਹਨਾ। ਜਿਵੇਂ ਆਪਾਂ ਸਾਹਿਬ ਹੰਗ ਐਂ ਪੜ੍ਹਦੇ ਨਾ, ਇਹ ਤੋਂ ਪ੍ਰੰਗ ਨਹੀਂ ਪੜ੍ਹਨਾ, ਇਹ ਮੰਮਾ ਬੋਲਣਾ। ਪਰਮ ਪਰਮ ਈਸ ਹੈ। ਪਰਮ ਪਰਮ ਦੋ ਵਾਰ ਇਸ ਲਈ ਬਹੁਤ ਵੱਡਾ, ਪਰਮ ਵੱਡੇ ਨੂੰ ਕਹਿੰਦੇ ਨੇ, ਪਰਮ ਪਰਮ ਦੋ ਵਾਰੀ ਹੋ ਗਿਆ, ਬਹੁਤ ਵੱਡਾ। ਈਸ ਹੁੰਦਾ ਮਾਲਕ, ਈਸ ਮਨੇ ਈਸ਼ਵਰ ਵੀ ਹੁੰਦਾ, ਈਸ਼ਵਰ ਦਾ ਛੋਟਾ ਈਸ, ਅਤੇ ਈਸ਼ਵਰ ਮਾਲਕ ਹੁੰਦਾ ਸਾਰਿਆਂ ਦਾ। ਹੇ ਪਰਮਾਤਮਾ, ਤੂੰ ਸਭ ਤੋਂ ਵੱਡਾ ਮਾਲਕ ਹੈ। ਮਾਲਕ ਦੇ ਬੜੇ ਨੇ, ਤੂੰ ਤਾਂ ਮਾਲਕਾਂ ਦਾ ਮਾਲਕ ਹੈ, ਤੂੰ ਤਾਂ ਸਭ ਤੋਂ ਵੱਡਾ ਮਾਲਕ ਹੈ। ਸਮਸਤੁਲ ਅਦੀਸ ਹੈ, ਸਮਸਤੁਲ ਹੁੰਦਾ ਸਾਰਿਆਂ ਦਾ, ਅਦੀਸ ਹੁੰਦਾ ਸ਼ੁਰੂ ਤੋਂ ਹੀ, ਜਦੋਂ ਦਾ ਸੰਸਾਰ ਬਣੇ ਉਦੋਂ ਤੋਂ, ਤੂੰ ਮੁੱਢ ਤੋਂ ਹੀ, ਤੂੰ ਆਰੰਭ ਤੋਂ ਹੀ ਸਾਰਿਆਂ ਦਾ ਮਾਲਕ ਹੈ। ਅਦੀਸ ਆਦ ਈਸ, ਅਦੀਸ ਆਦ ਈਸ, ਆਰੰਭ ਤੋਂ ਹੀ ਮਾਲਕ ਹੈ। ਤੂੰ ਸਾਰਿਆਂ ਦਾ ਸ਼ੁਰੂ ਤੋਂ ਹੀ ਮਾਲਕ ਹੈ। ਇਹ ਨਹੀਂ ਕਿ ਬਾਅਦ ਵਿੱਚ ਮਾਲਕ ਬਣੇ, ਤੂੰ ਸ਼ੁਰੂ ਤੋਂ ਹੀ ਮਾਲਕ ਹੈ। ਅਦੇਸੁਲ ਅਲੇਖ ਹੈ। ਅਦੇਸੁਲ ਦੇਸ਼ ਤੋਂ ਰਹਿਤ, ਜਿਹਦਾ ਕੋਈ ਦੇਸ਼ ਹੀ ਨਹੀਂ। ਸਾਰੇ ਦੇਸ਼ ਉਹਦੇ ਨੇ, ਪਰ ਉਹਦਾ ਕੋਈ ਵਿਸ਼ੇਸ਼ ਦੇਸ਼ ਨਹੀਂ ਹੈ। ਅਦੇਸੁਲ ਤੂੰ ਦੇਸ਼ ਤੋਂ ਰਹਿਤ ਹੈ। ਅਲੇਖ ਤੂੰ ਲੇਖ ਤੋਂ ਰਹਿਤ ਹੈ। ਸਾਡੇ ਤਾਂ ਲੇਖ ਲਿਖੇ ਨਾ, ਸਾਡੇ ਦੀ ਕਿਸਮਤ ਲਿਖੀ ਹੋਈ ਹੈ,
परमात्मा की कोई किस्मत लिखने वाला नहीं है, वो लेख है, वो लेख तो रहत है। अदेसुल है, वो देश तो रहत है। हमेशुल होंदा हमेशा, हमेशुल अभेख है, तू हमेशा तो अभेख है, तेरा कोई भेख नहीं, तेरा कोई पहरावा नहीं, तेरा कोई विशेष पहरावा नहीं, तेरा कोई भेख नहीं, तू तो अभेख है। हमेशुल मैंने हमेशा तो ही, तू तो हमेशा तो ही भेख तो रहत है, तेरा कोई भेख नहीं। फिर देखो इस परम, परम आया, परम वड्डे नूं कहंदे, सब तो वड्डे नूं कहंदे परम। गुरबख्श सिंह प्रीत लड़ी वालियां ने जो 10 गुरुओं का जीवन लिखा, उन्होंने लिखा परम मनुख, भी सब तो वड्डे मनुख। ਜਿਹੜੇ ਕੱਟੜ ਸਨ ਪੈ ਉਹਦੇ ਮਗਰ ਗਏ, ਰੋਜ਼ ਆ ਜਾ ਕਰਨ ਉੱਥੇ ਹਮਲਾ ਕਰਨ, ਦਰਵਾਜ਼ੇ ਤੋੜ ਜਾ ਕਰਨ, ਡਾਂਗਾ ਮਾਰ ਦਰਵਾਜ਼ੇ। ਤੂੰ ਕਹਿੰਦਾ ਗੁਰੂ ਨੂੰ ਲਿਖਦਾ ਪਰਮ ਮਨੁੱਖ, ਹੈ ਤੇ ਠੀਕ ਹੀ ਸੀ। ਪਰਮ ਮਨੁੱਖ ਤੇ ਜਿਸ ਤੋਂ ਉੱਪਰ ਵੱਡਾ ਕੋਈ ਹੋਵੇ ਹੀ ਨਾ, ਪਰਮ ਤੋਂ ਉੱਪਰ ਡਿਗਰੀ ਕੋਈ ਨਹੀਂ, ਪਰਮ ਤੋਂ ਉੱਪਰ ਕੋਈ ਡਿਗਰੀ ਹੀ ਨਹੀਂ। ਜਿਹੜਾ ਸਭ ਤੋਂ ਵੱਡਾ ਹੈ ਉਹਨੂੰ ਕਹਿੰਦੇ ਪਰਮ, ਤੇ ਮਨੁੱਖਾਂ 'ਚੋਂ ਸਭ ਤੋਂ ਵੱਡੇ ਸਨ ਫਿਰ। ਹਾਂ, ਹੋਰ ਕੋਈ ਮਨੁੱਖ ਉਹਨਾਂ ਦੇ ਮੁਕਾਬਲੇ ਦਾ ਹੀ ਨਹੀਂ ਸੀ, ਐਡਾ ਵੱਡੇ ਹੀ ਨਹੀਂ ਸੀ ਗੁਰੂ ਦੇ ਬੰਦੇ, ਉਹ ਪਰਮ ਸਨ। ਹਾਂ, ਪਰ ਨਹੀਂ, ਉਹ ਕੱਟੜ ਪੈ ਜਾ ਕਦੇ ਮਸਾਂ ਖੜਾ ਛੁੱਟੇ। 1933 ਦੀ ਗੱਲ ਹੈ, ਮਗਰ ਪੈ ਜਾ ਕਦੇ। ਜਿਹਨੇ ਆ ਗੁਰੂ ਗ੍ਰੰਥ ਸਾਹਿਬ ਪਾਦਛੇਦ ਕੀਤਾ ਨਾ, ਪਹਿਲਾਂ ਜੁੜਵੇਂ ਅੱਖਰ ਹੁੰਦੇ ਸਨ, ਉਹਨੇ ਅੱਡ ਅੱਡ ਕੀਤੇ, ਬਸ ਉਹਨੂੰ ਵੀ ਮਾਰਨ ਪੈ ਜਾ ਕਰਦੇ ਸਨ। ਤੂੰ ਗੁਰੂ ਦੇ ਅੰਗ ਭੰਗ ਕਰਤੇ ਨੇ, ਤੈਨੂੰ ਛੱਡਣਾ ਨਹੀਂ ਅਸੀਂ ਹੈ। ਛਾਪਾ ਜਿਹਨੇ ਛਾਪਿਆ ਉਹਦੇ ਮਗਰ ਹੀ ਪੈ ਗਏ, ਜਿਹਨੇ ਛਿਪਵਾਇਆ ਉਹਦੇ ਵੀ ਮਗਰ ਪੈ ਗਏ, ਮਸਾਂ ਖਹਿੜਾ ਛੁੱਟਿਆ। ਹੁਣ ਕਿੰਨਾ ਫਾਇਦਾ ਹੋ ਗਿਆ, ਉਸ ਤੋਂ ਤਾਂ ਪਾਠ ਕਰਨਾ ਹੀ ਬੜਾ ਔਖਾ ਹੈਗਾ, ਪਾਠ ਸੌਖਾ ਹੋ ਗਿਆ। ਹੁਣ ਆਮ ਲੋਕ ਪਾਠ ਕਰਨ ਲੱਗ ਪਏ ਨੇ, ਆਮ ਲੋਕ ਪਾਠ ਕਰਨ ਲੱਗ ਪਏ, ਸੌਖਾ ਹੋ ਗਿਆ ਨਾ। ਕਈ ਵਾਰ ਜਿਹੜਾ ਉਦੋਂ ਬੰਦਾ ਕੱਟੜ ਹੁੰਦਾ, ਬਾਅਦ 'ਚ ਪਤਾ ਲੱਗਦਾ ਨਹੀਂ ਯਾਰ ਠੀਕ ਹੀ ਹੋ ਗਿਆ। ਭਾਵੇਂ ਹਰਿਮੰਦਰ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਉੱਥੇ ਜੁੜਵੀਆਂ ਬੀੜੇ ਨੇ ਸਾਰੀਆਂ, ਉੱਥੇ ਪਾਛੇਦ ਵਾਲੀਆਂ ਬੀੜਾਂ ਨਹੀਂ ਹੈਗੀਆਂ, ਉੱਥੇ ਜੁੜਵੀਆਂ ਬੀੜਾਂ ਤੋਂ ਹੀ ਪਾਠੀ ਪਾਠ ਕਰਦੇ ਹਨ। ਪਰ ਜਿਹੜਾ ਆਮ ਲੋਕਾਂ ਲਈ ਇਹ ਬਹੁਤ ਫਾਇਦਾ ਹੋ ਗਿਆ ਹੈ। ਸੋ ਪਰਮ ਹੁੰਦਾ ਸਭ ਤੋਂ ਵੱਡਾ, ਈਸ ਹੁੰਦਾ ਮਾਲਕ, ਸਮਸਤਲ ਹੁੰਦਾ ਸਾਰੇ, ਅਦੀਸ ਹੁੰਦਾ ਸ਼ੁਰੂ ਤੋਂ ਹੀ ਮਾਲਕ। ਅਦੀਸ ਦਾ ਮਤਲਬ ਜਿਹੜਾ ਸ਼ੁਰੂ ਤੋਂ ਹੀ ਮਾਲਕ ਹੈ। ਅਦੇਸਲ ਹੁੰਦਾ ਦੇਸ਼ ਤੋਂ ਰਹਿਤ, ਅਲੇਖ ਹੁੰਦਾ ਲੇਖ ਤੋਂ ਰਹਿਤ, ਹਮੇਸਲ ਹੁੰਦਾ ਹਮੇਸ਼ਾ, ਅਭੇਖ ਹੁੰਦਾ ਭੇਖ ਤੋਂ ਰਹਿਤ। ਜ਼ਮੀਨੁਲ ਜ਼ਮਾਂ ਹੈ, ਅਮੀਕੁਲ ਇਮਾਂ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ। ਜ਼ਮੀਨੁਲ ਜ਼ਮੀਨ ਉੱਤੇ, ਜ਼ਮਾਂ ਆਕਾਸ਼ ਵਿੱਚ। ਹੇ ਪਰਮਾਤਮਾ ਤੂੰ ਧਰਤੀ 'ਤੇ ਵੀ ਹੈ, ਤੂੰ ਆਕਾਸ਼ ਵਿੱਚ ਵੀ ਹੈ, ਭਾਵ ਤੂੰ ਸਭ ਥਾਵਾਂ 'ਤੇ ਹੈ। ਜ਼ਮੀਨੁਲ ਜ਼ਮੀਨ ਉੱਤੇ, ਜ਼ਮਾਂ ਆਕਾਸ਼ ਵਿੱਚ, ਤੂੰ ਜ਼ਮੀਨ ਉੱਤੇ ਵੀ ਹੈ, ਤੂੰ ਆਕਾਸ਼ ਵਿੱਚ ਵੀ ਹੈ। ਅਮੀਕੁਲ ਹੁੰਦਾ ਬਹੁਤ ਡੂੰਘਾ, ਗਹਿਰ ਗੰਭੀਰ, ਬਹੁਤ ਡੂੰਘਾ, ਬਹੁਤ ਵੱਡਾ। ਇਮਾਨ ਪੂਰਾ ਸ਼ਬਦ ਇਮਾਨ, ਆਪਾਂ ਧਰਮ ਕਹਿੰਦੇ ਹਾਂ, ਮੁਸਲਮਾਨ ਵੀਰ ਕਹਿੰਦੇ ਇਮਾਨ, ਫਾਰਸੀ ਸ਼ਬਦ ਇਮਾਨ ਧਰਮ ਨੂੰ ਕਹਿੰਦੇ। ਅਮੀਕੁਲ ਇਮਾਨ ਹੈ, ਤੂੰ ਬਹੁਤ ਵੱਡੇ ਧਰਮ ਵਾਲਾ ਹੈ। ਅਮੀਕੁਲ ਬਹੁਤ ਡੂੰਘਾ, ਗਹਿਰ ਗੰਭੀਰ, ਤੂੰ ਗਹਿਰ ਗੰਭੀਰ ਹੈ। ਇਮਾਨ ਤੂੰ ਧਰਮ ਵਾਲਾ ਹੈ, ਭਾਵ ਤੇਰਾ ਧਰਮ ਬਹੁਤ ਮਹਾਨ ਹੈ। ਕਰੀਮੁਲ ਕਮਾਲ ਹੈ, ਕਰੀਮ ਕਿਰਪਾਲੂ ਨੂੰ ਕਹਿੰਦੇ, ਕਰੀਮੁਲ ਕਮਾਲ ਹੈ, ਤੂੰ ਕਮਾਲ ਦਾ ਕਿਰਪਾਲੂ ਹੈ, ਭਾਵ ਤੂੰ ਬਹੁਤ ਵਧੀਆ ਕਿਰਪਾਲੂ। ਹਾਲਾਂਕਿ ਬੰਦਾ ਕਮਾਲ ਕਰਤੇ ਯਾਰ, ਕੋਈ ਕਿਸੇ ਨੇ ਬਹੁਤ ਵਧੀਆ ਕੰਮ, ਬਈ ਤੂੰ ਤਾਂ ਕਮਾਲ ਕਰਤੇ। ਤੇਰੀ ਜਿਹੜੀ ਕਿਰਪਾ ਹੈ, ਤੂੰ ਜਿਹੜਾ ਕਿਰਪਾਲੂ ਹੈ, ਕਮਾਲ ਦਾ ਕਿਰਪਾਲੂ ਹੈ। ਕਿ ਜੁਰਤ ਜਮਾਲ ਹੈ, ਜੁਰਤ ਕਈ ਅੱਗੇ ਬੋਲ ਪੈਂਦੇ ਨੇ, ਅੱਲਾ ਕਹਿੰਦਾ ਤੇਰੀ ਕਿਵੇਂ ਜੁਰਤ ਪੈ ਗਈ ਮੇਰੇ ਅੱਗੇ ਬੋਲਣ ਦੀ ਹੈ। ਕਈ ਬੋਲ ਪੈਂਦੇ ਨੇ ਅੱਗੇ,
ਤੇ ਫਿਰ ਜਿਹਨੂੰ ਉਮੀਦ ਨਹੀਂ ਹੁੰਦੀ ਵੀ ਮੇਰੇ ਅੱਗੇ ਬੋਲੇਗਾ ਹੈ, ਜਿਵੇਂ ਬੱਚਾ ਬਾਪ ਅੱਗੇ ਬੋਲੇ ਹੈ, ਤੇਰੀ ਕਿਵੇਂ ਜੁਰਤ ਪੈ ਗਈ ਮੇਰੇ ਅੱਗੇ ਬੋਲਣ ਦੀ ਹੈ। ਜੁਰਤ ਜਮਾਲ ਹੈ। ਜੁਰਤ ਦਲੇਰੀ ਨੂੰ ਕਹਿੰਦੇ, ਦਲੇਰੀ ਨੂੰ ਜੁਰਤ ਕਹਿੰਦੇ ਨੇ। ਹਾਂ, ਕਈ ਵਾਰੀ ਆਪਾਂ ਸ਼ਬਦ ਵਰਤਦੇ, ਤੇਰੀ ਕੀ ਜੁਰਤ ਹੈ ਮੈਨੂੰ ਤੂੰ ਐਂ ਕਹਿ ਜੇ। ਆਪਾਂ ਜਦੋਂ ਕਿਸੇ ਗੁੱਸੇ ਹੁੰਦੇ ਹਾਂ, ਤੇਰੀ ਕੀ ਜੁਰਤ ਹੋਏ, ਭਾਵ ਤੇਰੇ 'ਚ ਇੰਨੀ ਦਲੇਰੀ ਕਿੱਥੇ ਕਿ ਤੂੰ ਮੇਰੇ ਅੱਗੇ ਬੋਲੇ। ਜੁਰਤ ਜਮਾਲ ਹੈ। ਜਮਾਲ ਸੁੰਦਰ ਨੂੰ ਕਹਿੰਦੇ ਨੇ। ਤੂੰ ਬਹੁਤ ਦਲੇਰ ਹੈ, ਤੂੰ ਬਹੁਤ ਸੁੰਦਰ ਹੈ। ਜਦੋਂ ਇਕੱਠਾ ਆਵੇਗਾ ਜੁਰਤ ਜਮਾਲ ਹੈ, ਭਾਵ ਤੂੰ ਬਹੁਤ ਜੁਰਤ ਵਾਲਾ ਹੈ, ਤੂੰ ਬਹੁਤ ਦਲੇਰ ਹੈ। ਫਿਰ ਸੁਣ ਲਓ, ਜ਼ਮੀਨੁਲ ਜ਼ਮਾਂ ਹੈ, ਤੂੰ ਧਰਤੀ 'ਤੇ ਵੀ ਹੈ, ਤੂੰ ਆਕਾਸ਼ ਵਿੱਚ ਵੀ ਹੈ। ਅਮੀਕੁਲ ਇਮਾਂ ਹੈ, ਤੂੰ ਬਹੁਤ ਵੱਡੇ ਧਰਮ ਵਾਲਾ ਹੈ, ਤੇਰਾ ਧਰਮ ਬਹੁਤ ਵੱਡਾ ਹੈ। ਕਰੀਮੁਲ ਕਮਾਲ ਹੈ, ਤੂੰ ਕਮਾਲ ਦੀ ਬਖਸ਼ਿਸ਼ ਵਾਲਾ ਹੈ। ਕਿ ਜੁਰਤ ਜਮਾਲ ਹੈ, ਤੂੰ ਬਹੁਤ ਦਲੇਰ ਹੈ। ਜਦੋਂ ਬਹੁਤ ਸ਼ਬਦ ਵਰਤੇ, ਇਸ ਲਈ ਫਿਰ ਡਬਲ ਵਰਤੇ ਜਾਂਦੇ ਹਨ। ਤੂੰ ਕਿ ਜੁਰਤ ਜਮਾਲ ਹੈ, ਤੂੰ ਬਹੁਤ ਜੁਰਤ ਵਾਲਾ ਹੈ, ਪਰ ਤੂੰ ਬਹੁਤ ਦਲੇਰ ਹੈ। ਤੇਰੀ ਦਲੇਰੀ ਬਹੁਤ ਸੁੰਦਰ ਹੈ, ਪਰ ਤੂੰ ਬਹੁਤ ਦਲੇਰ ਹੈ। ਕਰੀਮੁਲ ਕਮਾਲ ਹੈ, ਤੂੰ ਕਮਾਲ ਦਾ ਕਿਰਪਾਲੂ ਹੈ। ਅਮੀਕੁਲ ਇਮਾਂ ਹੈ, ਤੂੰ ਬਹੁਤ ਵੱਡੇ ਧਰਮ ਵਾਲਾ ਹੈ। ਜ਼ਮੀਨੁਲ ਜ਼ਮਾਂ ਹੈ, ਤੂੰ ਧਰਤੀ 'ਤੇ ਰਹਿਣ ਵਾਲਾ ਹੈ, ਆਕਾਸ਼ 'ਤੇ ਵੀ ਰਹਿਣ ਵਾਲਾ ਹੈ। ਕਿ ਅਚਲੰਗ ਪ੍ਰਕਾਸ਼ ਹੈ। ਇਹਨੂੰ ਅਚਲੰਗ ਨਹੀਂ ਪੜ੍ਹ ਦੇਣਾ। ਚਲ ਦਾ ਵਿਰੋਧੀ ਸ਼ਬਦ ਹੈ ਅਚਲ। ਚਲ ਜਿਹੜਾ ਚਲਾਇਮਾਨ ਹੋਵੇ, ਅਚਲ ਜਿਹੜਾ ਇੱਕੋ ਥਾਂ 'ਤੇ ਟਿਕਿਆ ਰਹੇ, ਅਚਲ। ਇਹਨੂੰ ਕਹਿੰਦਾ ਅਚਲੰਗ। ਚਲੰਗ ਦਾ ਵਿਰੋਧੀ ਸ਼ਬਦ ਹੈ ਅਚਲੰਗ। ਖੈਰ ਕਿ ਨੂੰ ਅਚਲੰਗ ਨਹੀਂ ਪੜ੍ਹ ਦੇਣਾ। ਅਚਲੰਗ ਨਹੀਂ ਪੜ੍ਹਨਾ। ਚਲੰਗ ਦਾ ਵਿਰੋਧੀ ਸ਼ਬਦ ਹੈ ਅਚਲੰਗ। ਕਿ ਅਚਲੰਗ ਪ੍ਰਕਾਸ਼ ਹੈ, ਤੇਰਾ ਪ੍ਰਕਾਸ਼ ਸਦਾ ਰਹਿਣ ਵਾਲਾ ਹੈ। ਚਲਾਏ ਮਾਨੇ ਹੁਣ ਪ੍ਰਕਾਸ਼ ਹੈਗਾ ਅਤੇ 2 ਘੰਟੇ ਨਹੀਂ ਹੈਗਾ। ਜਿਵੇਂ ਸੂਰਜ ਹੈ, ਦਿਨ ਦਾ ਪ੍ਰਕਾਸ਼ ਹੈ, ਰਾਤ ਪੈ ਗਈ ਹੈ। ਇਹ ਨਹੀਂ ਕਿ ਸੂਰਜ ਕਿਤੇ ਚਲਿਆ ਗਿਆ ਹੈ, ਸੂਰਜ ਤਾਂ ਹੈ, ਉਹ ਧਰਤੀ ਦੇ ਦੂਜੇ ਪਾਸੇ ਚਲੇ ਗਏ ਬਸ। ਕਿਉਂਕਿ ਸਾਡੀ ਧਰਤੀ ਜਿਹੜੀ ਹੈ ਘੁੰਮ ਰਹੀ ਹੈ। ਸਾਡੀ ਧਰਤੀ ਘੁੰਮ ਰਹੀ ਹੈ। ਕਦੇ ਆਹ ਪਾਸਾ ਸੂਰਜ ਦੇ ਸਾਹਮਣੇ, ਇੱਥੇ ਦਿਨ ਹੋ ਗਏ। ਜਦੋਂ ਘੁੰਮ ਕੇ ਇਹ ਇੱਧਰ ਨੂੰ ਜਾਵੇਗੀ, ਦੂਜੇ ਪਾਸੇ ਦਿਨ ਹੋ ਜਾਏਗਾ, ਇੱਧਰਲੇ ਪਾਸੇ ਰਾਤ ਹਨੇਰਾ ਹੋ ਜਾਏਗਾ। ਅਮਰੀਕਾ ਇਸ ਵੇਲੇ ਦੇਖੋ ਆਪਣਾ ਦਿਨ ਛਿਪਣ ਵਾਲਾ, ਅਮਰੀਕਾ ਚੜ੍ਹਨ ਵਾਲਾ। ਅਮਰੀਕਾ ਕੈਨੇਡਾ ਹੁਣ ਦਿਨ ਚੜ੍ਹਨ ਵਾਲਾ, ਹੁਣ ਰਾਤ ਮੁੱਕਣ ਵਾਲੀ ਸਾਡੀ ਸ਼ੁਰੂ ਹੋ ਗਈ ਹੈ। ਕਿਉਂ? ਉਹ ਧਰਤੀ ਦੇ ਦੂਜੇ ਪਾਸੇ ਨੇ। ਕਿਉਂਕਿ ਜਿਹੜਾ ਗਲੋਬ ਹੁੰਦਾ, ਜਿਹੜਾ ਜਿਓਗ੍ਰਾਫੀ ਪੜ੍ਹਾਉਂਦਾ, ਸੋਸ਼ਲ ਸਟੱਡੀ ਟੀਚਰ ਪੜ੍ਹਾਉਂਦਾ ਹੈ, ਉਹ ਉਹਦੇ ਕੋਲ ਗਲੋਬ ਹੁੰਦਾ। ਦੇਖਿਆ ਹੋਣਾ ਸਾਰੇ ਜਿਹੜੇ ਪੜ੍ਹਦੇ, ਗੋਲ ਜਿਹਾ ਹੁੰਦਾ। ਉਹ ਅਸਲ ਉੱਤੋਂ ਨਕਸ਼ੇ ਤੋਂ ਧਰਤੀ ਅਸਲ ਨਹੀਂ ਵਿਖਾਈ ਜਾ ਸਕਦੀ, ਗਲੋਬ ਤੋਂ ਵਿਖਾਈ ਜਾਵੇ। ਇੱਕ ਤਾਂ ਗੋਲ ਹੈ, ਇੱਕ ਧਰਤੀ ਸਿੱਧੀ ਨਹੀਂ ਹੈ। ਤੁਸੀਂ ਹੁਣ ਗਲੋਬ ਤੇ ਟੇਢੇ, ਧਰਤੀ ਝੁਕੀ ਹੋਈ ਹੈ, ਟੇਢੀ ਹੈ 66.5 ਡਿਗਰੀ 'ਤੇ। ਐਂ ਬਿਲਕੁਲ ਸਿੱਧੀ ਨਹੀਂ ਧਰਤੀ, ਇਹ ਐਂ ਹੈ, ਟੇਢੀ ਹੈ। ਜੇ ਸਿੱਧੀ ਹੁੰਦੀ ਫਿਰ ਰੁੱਤਾਂ ਨਹੀਂ ਸੀ ਬਦਲਣੀਆਂ, ਉਹੀ ਰੁੱਤਾਂ ਰਹਿਣੀਆਂ ਸਨ, ਸਿਰਫ ਦਿਨ ਰਾਤ ਬਦਲਣੇ ਸਨ। ਹੁਣ ਧਰਤੀ ਐਂ ਹੈ। ਆਹ ਜਿਹੜਾ ਉੱਪਰਲਾ ਪਾਸਾ ਜਦੋਂ ਸੂਰਜ ਵਾਲੇ ਪਾਸੇ ਹੁੰਦਾ ਤਾਂ ਇੱਥੇ ਗਰਮੀ ਹੋ ਜਾਂਦੀ ਹੈ। ਫਿਰ ਘੁੰਮਦੀ ਘੁੰਮਦੀ ਧਰਤੀ ਜਦੋਂ ਆਹ ਪਾਸਾ, ਹੇਠਲਾ ਪਾਸਾ ਸੂਰਜ ਦੇ ਸਾਹਮਣੇ ਆਉਂਦਾ, ਉੱਥੇ ਗਰਮੀ ਹੁੰਦੀ, ਦੂਜੇ ਪਾਸੇ ਸਰਦੀ ਹੋ ਜਾਂਦੀ ਹੈ। ਧਰਤੀ ਟੇਢੀ ਹੋਣ ਕਰਕੇ ਰੁੱਤਾਂ ਬਦਲਦੀਆਂ ਨੇ, ਅਤੇ ਧਰਤੀ ਘੁੰਮਣ ਕਰਕੇ ਦਿਨ ਰਾਤ ਬਣਦੇ ਹਨ। ਜਿਹੜਾ ਸਾਹਮਣੇ ਸੂਰਜ ਦੇ ਸਾਹਮਣੇ ਹਿੱਸਾ 'ਤੇ ਦਿਨ ਹੈ, ਜਿਹੜਾ ਦੂਜੇ ਪਾਸੇ 'ਤੇ ਰਾਤ ਹੈ। ਇਸ ਲਈ ਸੂਰਜ ਹਮੇਸ਼ਾ ਹੀ ਹੈ। ਸੂਰਜ ਤਾਂ ਹਮੇਸ਼ਾ ਹੀ ਹੈ, ਸਿਰਫ ਹੁਣ ਉਹ ਸਾਨੂੰ ਦਿਸਣੋਂ ਹਟ ਗਿਆ ਹੈ। ਉਹ ਦੂਜੇ ਪਾਸੇ ਨੂੰ ਆ ਗਏ, ਓਲੇ ਹੋ ਗਏ। ਇਸ ਤਰ੍ਹਾਂ ਜਿਹੜਾ ਪਰਮਾਤਮਾ ਦਾ ਪ੍ਰਕਾਸ਼ ਹੈ ਅਤੇ ਅਚਲੰਗ ਹੈ, ਉਹ ਤਾਂ ਹਮੇਸ਼ਾ ਰਹਿਣ ਵਾਲਾ ਹੈ। ਅਮਿਤੋ ਸੁਬਾਸ ਹੈ। ਅਮਿਤੋਂ ਦਾ ਬਹੁਤ ਜ਼ਿਆਦਾ, ਸੁਬਾਸ ਹੁੰਦੀ ਸੁਗੰਧੀ। ਹੈ ਪਰਮਾਤਮਾ ਬਹੁਤ ਸੁਗੰਧੀ ਵਾਲਾ ਹੈ। ਤੇਰੇ 'ਚ ਬਦਬੂ ਨਹੀਂ ਆਉਂਦੀ। ਜੇ ਬਦਬੂ ਆਉਂਦੀ ਕੋਈ ਜਾਵੇ ਨਾ, ਰਾਮ ਰਾਮ ਕਰੇ ਹੀ ਨਾ ਅਗਲਾ, ਮੈਂ ਕਿਹੜਾ ਕਰੇ ਬਦਬੂ ਆਉਂਦੀ। ਮੰਨ ਲਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਮਰੇ 'ਚ ਬਦਬੂ ਆਉਣ ਲੱਗ ਜੇ, ਫਿਰ ਆਪਾਂ ਨਹੀਂ ਨਾ ਵੜਾਂਗੇ।
परमात्मा बहुत सुगंधी वाला है। सुगंधी सानू अपने वाल खिंचती है, बदबू सानू धकदी है। गुणवान बंदा सानू अपने वाल खिंचदा है, औगणियारा सानू बाहर धकदा है। असी औगणियारे तो दूर रहने, गुणवान दे कोल जाने, ਉਹਦੇ गुण ही सानू खिंच रहे ने। जिवें चुंबक है वो अपने वाल चीज़ चीज़ खिंचदी है अपने वाल नूं। ਜਿਹੜੇ ਮਨੁੱਖ ਦੇ ਗੁਣ ਨੇ ਨਾ ਉਹ ਦੂਜਿਆਂ ਨੂੰ ਆਪਣੇ ਵੱਲ ਖਿੱਚਦੇ ਨੇ, ਉਹ ਖਿੱਚਦੇ ਨੇ। ਇਸ ਲਈ ਪਰਮਾਤਮਾ ਜਿਹੜਾ ਹੈ ਬਹੁਤ ਸੁਗੰਧੀ ਵਾਲਾ ਹੈ, ਅਜਬ ਸਰੂਪ ਹੈ। ਤੇਰਾ ਸਰੂਪ ਬੜਾ ਅਸਚਰਜ ਹੈ। ਜਿਨ੍ਹਾਂ ਨੇ ਤੇਰਾ ਸਰੂਪ ਵੇਖੇ ਬਸ ਵੇਖਦੇ ਰਹਿ ਗਏ ਹੈ। ਚਾਨਣੀ ਚਾਨਣ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਠੰਡ ਹੀ ਠੰਡ ਹੈ, ਸ਼ਾਂਤੀ ਹੀ ਸ਼ਾਂਤੀ ਹੈ। ਕਹਿੰਦੇ ਸ਼ਾਂਤੀ ਹੀ ਸ਼ਾਂਤੀ ਹੈ। ਉੱਥੇ ਠੰਡ ਹੀ ਠੰਡ, ਕਹਿੰਦਾ ਹਾਂ ਠੰਡ ਪੈ ਗਈ ਮਨ, ਠੰਡ ਹੀ ਠੰਡ ਹੈ, ਸ਼ਾਂਤੀ ਹੀ ਸ਼ਾਂਤੀ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਇਸ ਲਈ ਪਰਮਾਤਮਾ ਜਿਹੜਾ ਸਰੂਪ ਹੈ ਬੜਾ ਅਜਬ ਹੈ, ਬੜਾ ਅਸਚਰਜ ਹੈ ਕਿ ਅਮਿਤੋ ਵਿਭੂਤ ਹੈ। ਅਮਿਤੋ ਉੱਪਰ ਆ ਗਿਆ ਬਹੁਤ। ਵਿਭੂਤ ਦਾ ਧਨ ਸੰਪਦਾ ਵੱਲ ਅਮੀਰ ਹੈ। ਪਰਮਾਤਮਾ ਤੂੰ ਬਹੁਤ ਅਮੀਰ ਹੈ, तेरे को बहुत धन संपदा है, तू बहुत अमीर। सो अचलंग प्रकाश है, हे परमात्मा तेरा प्रकाश सदा रहने वाला है। अमितो सुबास हैं, तेरी सुगंधी बहुत ज़्यादा है। अजब स्वरूप हैं, तेरा स्वरूप बहुत आश्चर्य है, हैरान करने वाला है। अमितो विभूत हैं, तू बहुत धन संपदा वाला है, भाव तू बहुत अमीर है। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।